ਅੱਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮ ਅਸਾੜੀ ਜੀਓ ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰਿਤਾ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਫਰੀਦਾ ਦਰ ਦਰ ਵਾਜੈ ਜਾਇ ਕੈ ਕਿਉ ਡਿਠੋ ਘੜਿਆਲ ਇਹ ਨਿਰਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ ਸੋ ਹੇੜਾ ਘੜਿਆਲ ਜੂ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਮਣ ਲੱਗੀ ਦੇਹ ਜੇ ਸੋ ਵਰਿਆਂ ਜੀਵਨਾ ਹੀ ਤਨ ਹੋਸੀ ਖੇ ਫਰੀਦਾ ਵਾਰ ਪਰਾਇਐ ਵੈਸਣਾ ਸਾਈਂ ਮੁਝੈ ਨਾ ਦੇ ਜੇ ਤੂੰ ਏ ਮੈਂ ਰਖਸੀ ਜਿਉ ਸਰੀਰੋ ਲੈ ਕੰਦ ਕੁਹਾੜਾ ਸਿਰ ਘੜਾ ਬਨ ਕੈਸਰ ਲੋਹਾਰ ਫਰੀਦਾ ਹੂੰ ਲੋੜੀ ਸੈ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਹੂੰ ਲੋੜੀ ਸੈ ਆਪਣਾ ਤੂੰ ਲੋੜੈ ਅੰਗਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਨ ਨੇ ਕਿਰਪਾ ਕੀਤੀ ਹੈ ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਇਸ ਸਥਾਨ ਤੇ ਬਾਬਾ ਅਮਰਦੀਪ ਸਿੰਘ ਜੀ ਆਪ ਸਮੁੱਚੀਆਂ ਸੰਗਤਾਂ ਤੇ ਪ੍ਰਬੰਧਕ ਵੀਰਾਂ ਦੇ ਉਪਰਾਲੇ ਸਦਕਾ
ਬਾਬਾ ਸ਼ੇਖ ਫਰੀਦ ਜੀ ਉਹਨਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਾਈ ਗਈ ਹੈ, ਤਾਂ ਕਿ ਜੋ ਗੁਰਬਾਣੀ ਦਾ ਉਪਦੇਸ਼ ਹੈ ਉਸ ਉਪਦੇਸ਼ ਰਾਹੀਂ ਅਸੀਂ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰੀਏ। ਦਾਸ ਤੋਂ ਪਹਿਲਾਂ ਵੀ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਕਰਾ ਰਹੇ ਸਨ, ਔਰ ਦਾਸ ਸਮਝਦਾ ਹੈ ਕਿ ਇਹ ਬਹੁਤ ਵੱਡਾ ਪੁੰਨ ਦਾ ਕਾਰਜ ਹੈ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਏਕ ਸ਼ਬਦ ਸਿਖਾਏ। ਸਿੱਖੀ ਵਿੱਚ ਸਭ ਤੋਂ ਵੱਧ ਜਿਹੜਾ ਪ੍ਰਚਾਰ ਇਸ ਗੱਲ ਦਾ ਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਗੁਰਬਾਣੀ ਨਾਲ, ਗੁਰਮਤ ਨਾਲ ਜੋੜੀਏ, ਕਿਉਂਕਿ ਬਾਕੀ ਜਿਹੜੇ ਧਨ ਨੇ ਉਹ ਸਮਾਂ ਪਾ ਕੇ ਸਾਡਾ ਸਾਥ ਛੱਡ ਜਾਂਦੇ ਹਨ, ਪਰ ਇੱਕ ਨਾਮ ਦਾ ਧਨ, ਗੁਰਮਤ ਵਿਚਾਰਾਂ ਦਾ ਧਨ ਐਸਾ ਹੈ, ਜਿੱਥੇ ਵੀ ਅਸੀਂ ਸੰਸਾਰ ਦੇ ਵਿੱਚ ਕਿਸੇ ਦੁਬਿਧਾ ਵਿੱਚ, ਦੁਚਿੱਤੇ ਵਿੱਚ ਫਸੇ ਹੁੰਦੇ ਹਾਂ, ਸੁਣੀ ਹੋਈ ਵਿਚਾਰ ਸਾਨੂੰ ਉਸ ਦੁਬਿਧਾ ਵਿੱਚੋਂ ਬਚਾ ਲੈਂਦੀ ਹੈ। ਇਸ ਕਰਕੇ ਬੜੇ ਪ੍ਰੇਮ ਨਾਲ ਆਪ ਜੀਆਂ ਨੇ ਸੰਥਿਆ ਦੇ ਵਿੱਚ ਹਾਜ਼ਰੀਆਂ ਭਰੀਆਂ। ਅਸਥਾਨ 'ਤੇ ਲੜੀਵਾਰ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਹੁਣ ਤੱਕ ਜੋ ਆਪ ਜੀਆਂ ਨੇ ਵਿਚਾਰਾਂ ਕੀਤੀਆਂ, ਔਰ ਵੱਖ-ਵੱਖ ਵਿਦਵਾਨਾਂ ਨੇ ਆਪ ਜੀਆਂ ਨੂੰ ਜੋ ਵਿਚਾਰਾਂ ਸਰਵਣ ਕਰਾਈਆਂ, 38 ਪੌੜੀਆਂ ਉਹਨਾਂ ਦੇ ਜਿਹੜੇ ਸ਼ਲੋਕ ਰੂਪ ਵਿੱਚ ਹਨ, ਉਹ ਆਪ ਜੀਆਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੇ। ਅੱਜ ਆਪਾਂ 39 ਨੰਬਰ ਸ਼ਲੋਕ ਤੋਂ ਲੈ ਕੇ 43 ਨੰਬਰ ਸ਼ਲੋਕ ਤੱਕ ਇਹ 5 ਸ਼ਲੋਕਾਂ ਦੀ ਸੇਵਾ ਦਾਸ ਨੂੰ ਬਖਸ਼ੀ ਗਈ ਹੈ। ਸੋ ਆਓ ਰਲ ਮਿਲ ਕੇ ਇਸ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ, ਜਿਹੜੀ ਵਿਚਾਰ ਅੱਜ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ। ਫਰੀਦਾ ਦਰ ਦਰਵਾਜ਼ੇ ਜਾਏ ਕੈ ਕਿਉਂ ਡਿਠੋ ਘੜਿਆਲ, ਇਹ ਨਿਰਦੋਸ਼ਾ ਮਾਰੀਏ ਹਮ ਦੋਸਾਂ ਦਾ ਕਿਆ ਹਾਲ। ਸੋ ਇੱਕ ਵਾਰੀ ਸਾਰਿਆਂ ਨੇ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਝੁਕਾਓ ਸੀਸ, ਵਾ ਸਤਿਕਾਰ ਵਾ ਪਿਆਰ, ਅਦਬ ਸਹਿਤ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ ਵਿੱਚ ਸਾਨੂੰ ਜਿਹੜਾ ਜੀਵਨ ਅਕਾਲ ਪੁਰਖ ਨੇ ਬਖਸ਼ਿਆ ਹੈ, ਬਾਬਾ ਫਰੀਦ ਜੀ ਆਖ ਰਹੇ ਨੇ, ਬਖਸ਼ੇ ਹੋਏ ਜੀਵਨ ਨੂੰ ਮਨੁੱਖ ਪ੍ਰਾਪਤ ਕਰਕੇ ਇਸ ਸੰਸਾਰ ਦੀਆਂ ਜਿਹੜੀਆਂ ਵਿਸ ਗੰਧਲਾਂ ਨੇ, ਉਹਨਾਂ ਦੇ ਨਾਲ ਅਸੀਂ ਸਾਂਝ ਬਣਾ ਲੈਂਦੇ ਹਾਂ, ਔਰ ਸਾਂਝ ਵੀ ਇਸ ਢੰਗ ਨਾਲ ਬਣਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਜੀਵਨ ਦੇ ਵਿੱਚ ਪੁੰਨ ਕੀ ਤੇ ਪਾਪ ਕੀ, ਚੰਗਾ ਕੀ ਤੇ ਮਾੜਾ ਕੀ, ਬੁਰਾ ਕੀ ਤੇ ਭਲਾ ਕੀ। ਇਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਜੀਂਦੇ ਚਲੇ ਜਾਂਦੇ ਹਾਂ। ਪਿਆਰ ਵਾਲਿਓ, ਸੱਚ ਜਾਣਨਾ, ਇਸ ਜ਼ਿੰਦਗੀ ਦੇ ਅੰਦਰ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਹਾਂ, ਸੰਸਾਰ ਦੇ ਵਿੱਚ ਵਿਚਰਦੇ ਹਾਂ, ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਪੈਦਾ ਹੋ ਜਾਣੀਆਂ। ਸਾਡੇ ਜੀਵਨ ਵਿੱਚੋਂ ਬਹੁਤ ਸਾਰਾ ਅਧੂਰਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇਹ ਮਨੁੱਖਾ ਜੀਵਨ ਮਿਲਿਆ ਸੀ ਪੂਰਾ ਹੋਣ ਵਾਸਤੇ, ਰੱਬ ਨਾਲ ਮਿਲਣ ਵਾਸਤੇ, ਪਰ ਸੰਸਾਰ ਦੇ ਸੰਸਾਰ ਦੇ ਰਸਾ ਕਸਾ ਦੇ ਪਿੱਛੇ ਲੱਗ ਕੇ ਅਸੀਂ ਕਈ ਵਾਰੀ ਉਹ ਕੰਮ ਕਰ ਬੈਂਦੇ ਹਾਂ ਜਿਹੜੇ ਕੰਮ ਨੂੰ ਗੁਰਮਤ ਰੋਕਦੀ ਹੈ। ਉਹ ਸਾਰੇ ਕੰਮ ਨੇ ਸਾਡੇ ਜੀਵਨ ਵਿੱਚ,
ਜਿਨ੍ਹਾਂ ਨੂੰ ਗੁਰੂ ਪਿਤਾ ਜੀ ਨੇ ਆਪਣੀ ਬਾਣੀ ਰਾਹੀਂ ਪ੍ਰਚਾਰ ਕਰਦਿਆਂ ਸਾਰੀ ਮਾਨਵਤਾ ਨੂੰ ਰੋਕਿਆ। ਪਰ ਅਸੀਂ ਸੁਣਦੇ ਹਾਂ, ਸਮਝਦੇ ਹਾਂ, ਫਿਰ ਉਸ ਨੂੰ ਸੁਣ ਸਮਝ ਕੇ ਵੀ ਅੰਡਿਠ ਕਰ ਦਿੰਦੇ ਹਾਂ। ਕਿਵੇਂ? ਜਦੋਂ ਅਸੀਂ ਕੋਈ ਗਲਤੀ ਕਰ ਰਹੇ ਹੁੰਦੇ ਹਾਂ ਤੇ ਅਸੀਂ ਆਖਦੇ ਹਾਂ ਕਿ ਉਹ ਫਲਾਣਾ ਬੰਦਾ ਵੀ ਤਾਂ ਗਲਤੀ ਕਰਦਾ ਹੈ, ਉਹ ਵੀ ਤੇ ਮਾੜਾ ਕੰਮ ਕਰ ਰਿਹਾ, ਤੇ ਜੇ ਮੈਂ ਕਰ ਲਿਆ ਫਿਰ ਕੀ ਹੋਇਆ? ਸਾਡੇ ਜੀਵਨ ਵਿੱਚ ਇੱਥੋਂ ਸਾਰੀ ਖੋਟ ਪੈਦਾ ਹੁੰਦੀ ਹੈ। ਚਾਹੀਦਾ ਇਹ ਸੀ ਕਿ ਫਲਾਣਾ ਬੰਦਾ ਚੰਗਾ ਕੰਮ ਕਰ ਰਿਹਾ ਤੇ ਮੈਂ ਵੀ ਚੰਗਾ ਕਰਾਂ, ਪਰ ਇਹ ਬੰਦਾ ਪ੍ਰੇਰਨਾ ਕਦੀ ਨਹੀਂ ਲੈਂਦਾ। ਕੋਈ ਮਾੜਾ ਕੰਮ ਕਰ ਰਿਹਾ ਹੈ, ਉਸ ਨੂੰ ਦੇਖ ਕੇ ਪ੍ਰੇਰਨਾ ਲੈਂਦਾ। ਫਲਾਣੇ ਨੇ ਅੰਮ੍ਰਿਤ ਛਕਿਆ, ਉਹ ਗੁਰਦੁਆਰੇ ਜਾਂਦਾ ਹੈ, ਉਹ ਵੀ ਤੇ ਪਾਠ ਪੂਜਾ ਕਰਦਾ ਹੈ, ਦੇਖੋ ਇਹ ਸਾਰੇ ਕੰਮ ਉਹ ਵੀ ਕਰਦਾ, ਜੇ ਮੈਂ ਕਰ ਲਿਆ ਫਿਰ ਕੀ ਹੋਇਆ? ਇਸ ਕਰਕੇ ਸਾਡੇ ਜੀਵਨ ਵਿੱਚ ਬਦਲਾਅ ਨਹੀਂ ਆਉਂਦਾ। ਗੁਰਬਾਣੀ ਨੇ ਜੋ ਸਾਨੂੰ ਬੜਾ ਪਿਆਰਾ ਮੈਸੇਜ ਦਿੱਤਾ ਕਿ ਜਦੋਂ ਵੀ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ, ਸ਼ਿੰਗਾਰਨਾ ਹੈ, ਇਹਨਾਂ ਵਿਸ ਗੰਦਲਾਂ ਤੋਂ ਆਪਣੇ ਆਪ ਨੂੰ ਬਚਾਉਣਾ ਹੈ, ਤੇ ਸਾਨੂੰ ਭਗਤਾਂ ਦੇ ਜੀਵਨ ਵਿੱਚੋਂ ਪ੍ਰੇਰਨਾ ਲੈਣੀ ਪਏਗੀ। ਅਸੀਂ ਦੇਖਦੇ ਹਾਂ ਭਗਤ ਧੰਨਾ ਜੀ ਦੇ ਜੀਵਨ ਨੂੰ। ਉਹਨਾਂ ਨੇ ਇੱਕ ਗੱਲ ਦੇਖੀ ਕਿ ਸੰਸਾਰ ਦੇ ਵਿੱਚ, ਮਨੁੱਖਤਾ ਦੇ ਵਿੱਚ ਜਿਨ੍ਹਾਂ ਨੂੰ ਨੀਵੀਂ ਕਾਸ਼ਟ ਕਰਕੇ ਦੁਰਕਾਰਿਆ ਜਾਂਦਾ ਸੀ, ਪਰ ਪਰਮਾਤਮਾ ਦੀ ਭਗਤੀ ਕਰਕੇ ਉਹ ਬੜੇ ਮਹਾਨ ਹੋ ਗਏ ਹਨ। ਕਿ ਮੈਂ ਮਹਾਨ ਨਹੀਂ ਹੋ ਸਕਦਾ? ਮੈਂ ਚੰਗਾ ਕਿਉਂ ਨਹੀਂ ਬਣ ਸਕਦਾ? ਜੇ ਉਹ ਚੰਗੇ ਬਣ ਸਕਦੇ ਨੇ ਤੇ ਮੈਂ ਵੀ ਚੰਗਾ ਬਣ ਸਕਦਾ। ਬੜੀ ਪਿਆਰੀ ਪ੍ਰੇਰਨਾ ਲਈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਕਿ ਗੋਬਿੰਦ ਗੋਬਿੰਦ ਕਰਦਿਆਂ ਭਗਤ ਨਾਮਦੇਵ ਦਾ ਮਨ ਪਰਮੇਸ਼ਰ ਵਿੱਚ ਲੀਨ ਹੋ ਗਿਆ, ਇਕਮਿਕ ਹੋ ਗਿਆ। ਜੇ ਭਗਤ ਨਾਮਦੇਵ ਜੀ ਗੋਬਿੰਦ ਗੋਬਿੰਦ ਕਰਕੇ ਰੱਬ ਦੇ ਵਿੱਚ ਲੀਨ ਹੋ ਸਕਦੇ, ਮੈਂ ਕਿਉਂ ਨਹੀਂ ਹੋ ਸਕਦਾ? ਇਹ ਤਾਂ ਪ੍ਰੇਰਨਾ ਸਾਨੂੰ ਲੈਣੀ ਚਾਹੀਦੀ ਸਾਰਾ। ਇਸ ਕਰਕੇ ਇਹ ਸਾਰਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ। ਮੋਹਰ ਭਗਤ ਧੰਨਾ ਜੀ ਦੀ ਲਾਈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਮੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਾ ਪਿਓ ਗੁਨੀ ਗਹੀਰਾ। ਅਗਲੇ ਵਚਨ ਕਰਦੇ ਨੇ, ਕਹਿੰਦੇ ਨੇ ਰਵਿਦਾਸ ਢੁਵੰਤਾ ਢੋਰ ਨਿਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਆਇਆ, ਸੈਨ ਨਾਈ ਬੁਤਕਾਰਿਆ ਉਹ ਕਰ ਕਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਦੇਖੋ ਪ੍ਰੇਰਨਾ ਕਿੱਥੋਂ ਲੈਣੀ ਹੈ? ਆਪਾਂ ਕਿਸੇ ਦੇ ਕੋਲੋਂ ਸਮਝ ਲੈਣੀ ਹੈ ਜੀਵਨ ਦੀ, ਕਿਸੇ ਦੇ ਜੀਵਨ ਤੋਂ ਆਪਾਂ ਪ੍ਰਭਾਵ ਕਬੂਲਣਾ। ਅਸੀਂ ਦੋਸ਼ੀਆਂ ਦੇ ਜੀਵਨ ਵਿੱਚੋਂ ਪ੍ਰਭਾਵ ਕਬੂਲ ਲੈਂਦੇ ਹਾਂ, ਦੋਸ਼ੀ ਬਣ ਜਾਂਦੇ ਹਾਂ। ਯਾਦ ਰੱਖਿਓ, ਜੀਵਨ ਦੇ ਅੰਦਰ ਜੇ ਪ੍ਰਭਾਵ ਕਬੂਲਣਾ ਹੈ ਤੇ ਜਿਵੇਂ ਭਗਤ ਧੰਨਾ ਜੀ ਨੇ ਕਬੂਲਿਆ, ਆਖਣ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਏ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਸੁਣਿਆ ਕਿਹਨੂੰ? ਭਗਤ ਨਾਮਦੇਵ ਜੀ ਨੇ, ਵੀ ਉਹ ਭਗਤੀ ਕਰਕੇ ਮਹਾਨ ਹੋ ਗਏ। ਭਗਤ ਕਬੀਰ ਸਾਹਿਬ ਜੀ ਰੱਬ ਦਾ ਰੂਪ ਹੀ ਹੋ ਗਏ। ਭਗਤ ਰਵਿਦਾਸ ਜੀ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ। ਸੈਨ ਨਾਈ ਜੀ ਸੰਸਾਰ ਦੇ ਵਿੱਚ ਭਗਤੀ ਕਰਕੇ ਉਹ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਜੇ ਇਹ ਸਾਰੇ ਭਗਤ ਬਣ ਸਕਦੇ ਨੇ, ਰੱਬ ਦਾ ਰੂਪ ਹੋ ਸਕਦੇ ਨੇ, ਸੱਚ ਨੂੰ ਪ੍ਰਾਪਤ ਕਰ ਸਕਦੇ ਨੇ, ਫਿਰ ਮੈਂ ਕਿਉਂ ਨਹੀਂ ਸੱਚ ਨੂੰ ਪ੍ਰਾਪਤ ਕਰ ਸਕਦਾ? ਮੈਂ ਵੀ ਤੇ ਸੱਚ ਨੂੰ ਪ੍ਰਾਪਤ ਕਰ ਸਕਦਾ, ਮੈਂ ਵੀ ਤੇ ਬੰਦਾ ਹੀ ਹਾਂ ਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਏ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਥਕ ਗੁਸਾਈਆਂ ਧੰਨਾ ਵਡ ਭਾਗਾ। ਪ੍ਰਥਕ ਤੌਰ ਤੋਂ ਰੱਬ ਦੀ ਪ੍ਰਾਪਤੀ ਹੋ ਗਈ। ਭਗਤ ਧੰਨਾ ਜੀ ਵੱਡੇ ਭਾਗਾਂ ਵਾਲੇ ਬਣ ਗਏ। ਭਗਤੀ ਕਰਾਂਗੇ, ਚੰਗੇ ਲੋਕਾਂ ਦੇ ਵਿੱਚ ਬੈਠਾਂਗੇ, ਪ੍ਰੇਰਨਾ ਲਵਾਂਗੇ, ਸਾਡਾ ਜੀਵਨ ਸਫਲਾ ਹੋਏਗਾ।
ਅਸਲ ਵਿੱਚ ਜਦੋਂ ਆਪਾਂ ਸੰਸਾਰ ਦੇ ਵਿੱਚ ਜਿਉਂਦੇ ਹਾਂ, ਜਿਹੜੇ ਮਨੁੱਖ ਚੰਗੇ ਕੰਮ ਕਰਦੇ ਨੇ, ਪਰਉਪਕਾਰ ਦੇ ਕੰਮ ਕਰਦੇ ਨੇ, ਭਲੇ ਕੰਮ ਕਰਦੇ ਨੇ, ਅਸੀਂ ਕਹਿੰਦੇ ਹਾਂ ਇਹ ਨਿਰਦੋਸ਼ ਹਨ। ਜਿਹੜਾ ਕੋਈ ਮਾੜਾ ਕੰਮ ਕਰੇ, ਭੈੜਾ ਕੰਮ ਕਰੇ, ਅਸੀਂ ਆਖਦੇ ਹਾਂ ਇਹ ਦੋਸ਼ੀ ਹੈ, ਇਹ ਪਾਪੀ ਹੈ, ਇਹ ਮਾੜਾ ਇਨਸਾਨ ਹੈ। ਅੱਜ ਬੜੀ ਵੱਡੀ ਗੱਲ ਬਾਬਾ ਫਰੀਦ ਜੀ ਨੇ ਸ਼ਲੋਕ ਵਿੱਚ ਸਾਨੂੰ ਸਮਝਾਈ ਹੈ ਕਿ ਕਦੀ ਜੀਵਨ ਵਿੱਚ ਦੇਖ ਇੱਕ ਘੜਿਆਲ ਨੂੰ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਧਾਰਮਿਕ ਸਥਾਨਾਂ 'ਤੇ ਘੜਿਆਲ ਜਿਹੜੇ ਸਨ ਉਹ ਲੱਗੇ ਹੁੰਦੇ ਸਨ। ਬਹੁਤ ਸਾਰੇ ਮਦਰਸਿਆਂ ਦੇ ਵਿੱਚ, ਬਹੁਤ ਸਾਰੇ ਮੰਦਰਾਂ ਦੇ ਵਿੱਚ, ਬਹੁਤ ਸਾਰੇ ਜਿਹੜੇ ਉਸ ਵੇਲੇ ਵਿਦਿਅਕ ਦਾਇਰੇ ਸਨ ਜਿਨ੍ਹਾਂ ਦੇ ਵਿੱਚ ਘੜਿਆਲ ਵੱਜਦਾ ਸੀ। ਤੇ ਉਹਨਾਂ ਨੇ ਇੱਕ ਬੜਾ ਪਿਆਰੀ ਰਮਜ਼ ਦੇ ਵਿੱਚ ਗੱਲ ਆਖੀ ਕਿ ਉਸ ਘੜਿਆਲ ਨੇ ਕੋਈ ਦੋਸ਼ ਨਹੀਂ, ਉਹਦੇ ਅੰਦਰ ਕੋਈ ਗਲਤੀ ਨਹੀਂ, ਕੋਈ ਖਾਮੀ ਨਹੀਂ, ਕੋਈ ਬੁਰਾਈ ਨਹੀਂ, ਤਾਂ ਵੀ ਉਹ ਮਾਰ ਖਾ ਰਿਹਾ ਹੈ। ਅਸੀਂ ਤਾਂ ਫਿਰ ਸੰਸਾਰ ਦੇ ਵਿੱਚ ਆ ਕੇ ਪਤਾ ਨਹੀਂ ਕਿਤਨੀਆਂ ਗਲਤੀਆਂ ਕਰ ਰਹੇ ਹਾਂ। ਯਾਦ ਰੱਖਣਾ, ਜੇ ਆਪਣੇ ਜੀਵਨ ਵੱਲ ਝਾਤ ਮਾਰਾਂਗੇ ਨਾ ਦੂਜੇ ਨੂੰ ਛੱਡ ਕੇ, ਕਿਉਂਕਿ ਜਦੋਂ ਵੀ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਗੱਲ ਇਹ ਕਰਦੇ ਹਾਂ ਕਿ ਇਹ ਬੰਦਾ ਵੀ ਗਲਤ ਹੈ, ਪਰ ਜੇ ਉਸ ਦੀ ਗਲਤੀ ਨੂੰ ਮਾਫ ਕਰ ਆਪਣੀ ਗਲਤੀ ਦੇਖੀਏ। ਔਰ ਗੁਰਬਾਣੀ ਨੇ ਸਾਰੀ ਗੱਲ ਹੀ ਸਾਨੂੰ ਇਹ ਸਮਝਾਈ ਹੈ। ਗੁਰਬਾਣੀ ਦਾ ਤੱਤ ਸਾਰੀ ਇਹ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸਤਿਗੁਰੂ ਕਹਿੰਦੇ ਅਸੀਂ ਚੰਗੇ ਨਹੀਂ ਤੇ ਸੰਸਾਰ ਦੇ ਵਿੱਚ ਕੋਈ ਬੁਰਾ ਨਹੀਂ। ਜੋ ਗੁਰਬਾਣੀ ਦਾ ਥੀਮ ਹੈ ਸਾਡਾ, ਜੋ ਗੁਰਬਾਣੀ ਦੀ ਵਿਚਾਰਧਾਰਾ ਹੈ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼, ਅਵਗੁਣ ਸਭ ਮੇਰੇ। ਇੱਥੇ ਅਵਗੁਣ ਕਬੂਲਣ ਦੀ ਗੱਲ ਕੀਤੀ ਗਈ, ਕਿਉਂਕਿ ਅਸੀਂ ਅਵਗੁਣ ਕਬੂਲਣ ਵਾਸਤੇ ਤਿਆਰ ਨਹੀਂ। ਔਰ ਜਿਸ ਦਿਨ ਅਵਗੁਣ ਕਬੂਲ ਲਵਾਂਗੇ ਉਸ ਦਿਨ ਸਮਝ ਵੀ ਆਵੇਗੀ ਵੀ ਜੇ ਨਿਰਦੋਸ਼ ਦੇ ਨਾਲ ਇਹ ਹਾਲ ਹੈ, ਇੱਕ ਘੜਿਆਲ ਬਾਰ-ਬਾਰ ਮੁੜ-ਮੁੜ ਵੱਜਦਾ ਹੈ, ਸੱਟਾਂ ਖਾਂਦਾ ਹੈ, ਤੇ ਉਹ ਨਿਰਦੋਸ਼ ਹੈ ਤਾਂ ਵੀ ਕੁਝ ਘੜੀਆਂ ਬਾਅਦ ਵੱਜ ਰਿਹਾ, ਤੇ ਅਸੀਂ ਤਾਂ ਬਹੁਤ ਸਾਰੇ ਦੋਸ਼ ਜੀਵਨ ਦੇ ਵਿੱਚ ਕਮਾਏ ਹਨ, ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ। ਮਾਲਕ ਦੀ ਦਰਗਾਹ ਵਿੱਚ ਸਾਡਾ ਕੀ ਹਾਲ ਹੋਵੇਗਾ। ਬੜਾ ਪਿਆਰਾ ਤੰਜ ਹੈ ਭਗਤ ਬਾਬਾ ਸ਼ੇਖ ਫਰੀਦ ਜੀ ਦਾ। ਜਦੋਂ ਸੰਸਾਰ ਨੂੰ ਧਿਆਨ ਨਾਲ ਦੇਖੋਗੇ ਨਾ, ਔਰ ਸੰਸਾਰ ਦੀ ਔਰ ਸਮਾਜ ਦੀ ਬਣਤਰ ਵੇਖੋਗੇ, ਇਸ ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਚਾਹੁੰਦਾ ਹੈ। ਜੇ ਬੰਦੇ ਕੋਲੋਂ ਕੋਈ ਗਲਤੀ ਹੋ ਜਾਏ ਤਾਂ ਵੀ ਉਹ ਚੰਗੇ ਤੋਂ ਚੰਗਾ ਵਕੀਲ ਲੱਭ ਲੈਂਦਾ ਹੈ ਕਿ ਦੁਨੀਆ ਨੂੰ ਦਿਖਾ ਸਕਾਂ ਮੈਂ ਦੋਸ਼ੀ ਨਹੀਂ ਹਾਂ, ਮੈਂ ਨਿਰਦੋਸ਼ ਹਾਂ। ਔਰ ਸੰਸਾਰ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ, ਆਪਾਂ ਸਾਰੇ ਰਹਿੰਦੇ ਹਾਂ, ਜਦੋਂ ਆਪਾਂ ਆਲੇ ਦੁਆਲੇ ਦੇਖਦੇ ਹਾਂ ਤੇ ਕੀ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਅਮੀਰ ਜਿਹੜਾ ਬੰਦਾ ਹੈ ਉਹ ਬਚ ਜਾਂਦਾ ਹੈ, ਗਰੀਬ ਜਿਹੜਾ ਹੈ ਉਹ ਨਿਰਦੋਸ਼ ਹੋ ਕੇ ਵੀ ਦੋਸ਼ੀ ਠਹਿਰਾਇਆ ਜਾਂਦਾ। ਇਹ ਸਮਾਜ ਤੇ ਸੰਸਾਰ ਦੇ ਵਿੱਚ ਵਿਚਰਦੇ ਹਾਂ, ਅਸੀਂ ਅਕਸਰ ਦੇਖਦੇ ਹਾਂ ਸਾਡੇ ਨਾਲ ਜੋ ਵਰਤਾਰਾ ਸਮਾਜ ਵਿੱਚ ਵਰਤ ਰਿਹਾ ਹੈ, ਉਸ ਦਾ ਕਾਰਨ ਕੀ ਹੈ। ਠੀਕ ਹੈ, ਕੋਈ ਸੰਸਾਰ ਦੇ ਵਿੱਚ ਧਨਵਾਨ ਹੁੰਦਾ ਹੈ, ਜਿਸ ਦੇ ਕੋਲ ਧਨ ਹੁੰਦਾ ਉਹ ਧਨ ਦੇ ਆਸਰੇ ਤੇ ਆਪਣੇ ਦੋਸ਼ਾਂ ਨੂੰ ਛੁਪਾ ਲੈਂਦਾ ਹੈ, ਆਪਣੀਆਂ ਗਲਤੀਆਂ ਨੂੰ ਛੁਪਾ ਲੈਂਦਾ ਹੈ। ਉਹ ਦੁਨੀਆ ਦੀ ਕਚਹਿਰੀ ਵਿੱਚੋਂ, ਕੋਰਟ ਵਿੱਚੋਂ ਨਿਰਦੋਸ਼ ਸਾਬਿਤ ਹੋ ਜਾਂਦਾ ਹੈ। ਇੱਕ ਗਰੀਬ ਜਿਹੜਾ ਹੈ ਉਹਨੂੰ ਦੋਸ਼ੀ ਸਾਬਿਤ ਕਰ ਦਿੱਤਾ ਜਾਂਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਵਿੱਚ ਐਸਾ ਨਹੀਂ ਹੈ, ਕਿਉਂਕਿ ਇੱਥੇ ਤੇ ਕੋਰਟ ਵੀ ਵਿਕ ਜਾਂਦਾ ਹੈ, ਵਕੀਲ ਵੀ ਵਿਕ ਜਾਂਦੇ ਨੇ, ਜੱਜ ਵੀ ਵਿਕ ਜਾਂਦਾ ਹੈ,
ਇੱਥੇ ਨਿਆਂ ਵੀ ਵਿਕ ਜਾਂਦਾ, ਇਹ ਸਾਰੀਆਂ ਚੀਜ਼ਾਂ ਵਿਕ ਜਾਂਦੀਆਂ। ਜਿਹਦੇ ਕੋਲ ਪੈਸਾ ਉਹ ਖਰੀਦ ਲੈਂਦਾ। ਪਰ ਜਿਹੜਾ ਰੱਬੀ ਵਿਧਾਨ ਹੈ ਉਸ ਨੂੰ ਨਾ ਕੋਈ ਖਰੀਦ ਸਕਦਾ ਹੈ, ਨਾ ਕਿਸੇ ਵਿੱਚ ਇਤਨੀ ਤਾਕਤ ਹੈ ਕਿ ਉਸ ਰੱਬੀ ਕਾਨੂੰਨ ਨੂੰ ਖਰੀਦਿਆ ਜਾ ਸਕੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਮਨੁੱਖਤਾ ਨੂੰ ਇੱਕ ਗੱਲ ਸਮਝਾਈ ਕਿ ਇਹ ਵਿਚਾਰ ਸਾਨੂੰ ਪਰਪੱਕ ਕਰ ਲੈਣੀ ਚਾਹੀਦੀ ਹੈ। ਕਹਿੰਦੇ ਆਪਣੇ ਜੀਵਨ ਵਿੱਚ ਉਸ ਪਰਮਾਤਮਾ ਨੇ ਸਾਨੂੰ ਇਹ ਜਿਹੜਾ ਜੀਵਨ ਬਖਸ਼ਿਆ, ਸੰਸਾਰ ਦੇ ਵਿੱਚ ਸਾਨੂੰ ਭੇਜਿਆ, ਤੇ ਜੀ ਉਪਾ ਕਰਕੇ ਨਾ ਪਰਮਾਤਮਾ ਨੇ ਆਪਣਾ ਰੱਬੀ ਕਾਨੂੰਨ ਨਾਲ ਸਾਡੇ ਥਾਪ ਦਿੱਤਾ ਹੈ। ਨਾਨਕ ਜੀ ਉਪਾਏ ਕੈ ਲਿਖ ਨਾਮੈ ਧਰਮ ਵਾਲਿਆ। ਯਾਦ ਰੱਖਿਓ, ਉਸ ਪਰਮਾਤਮਾ ਨੇ ਇਹ ਜੀਵ ਪੈਦਾ ਕਰਕੇ ਰੱਬੀ ਜਿਹੜਾ ਕਾਨੂੰਨ ਹੈ ਉਹ ਨਿਯਤ ਕਰ ਦਿੱਤਾ ਹੈ, ਔਰ ਸਾਰਿਆਂ ਦੇ ਲਈ ਹੈ, ਇੱਕ ਬੰਦੇ ਵਾਸਤੇ ਨਹੀਂ। ਹਰ ਇੱਕ ਪ੍ਰਾਣੀ ਮਾਤਰ ਲਈ ਮੇਰੇ ਮਾਲਕ ਦਾ ਬਣਾਇਆ ਹੋਇਆ ਰੱਬੀ ਕਾਨੂੰਨ ਹੈ, ਔਰ ਇਸ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦਾ ਵਿਧਾਨ ਹੈ, ਸਤਿਗੁਰੂ ਕਹਿੰਦੇ ਨੇ ਉੱਥੇ ਬਿਲਕੁਲ ਸੱਚਾ ਨਿਆਂ ਹੁੰਦਾ ਹੈ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ। ਚੁਨ ਵਖ ਕੜੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ ਮੂੰਹ ਕਾਲੈ ਦੋਜਗ ਚਾਲਿਆ। ਤੇਰੇ ਨਾਏ ਰਤੇ ਸੇਜਣ ਗਏ ਹਾਰ ਗਏ ਸੇ, ਠੱਗਣ ਵਾਲਿਆ ਲਿਖ ਨਾਮੈ ਧਰਮ ਵਾਲਿਆ। ਅਸਲ ਵਿੱਚ ਗੁਰਮਤਿ ਬੜੀ ਬਰੀਕੀ ਰੱਖਦੀ ਹੈ। ਗੁਰਮਤਿ ਨੂੰ ਸਮਝਣ ਵਾਸਤੇ ਗੁਰਬਾਣੀ ਦਾ ਗਹਿਨ ਅਧਿਐਨ ਕਰਨਾ ਪਏਗਾ। ਦੇਖੋ, ਗੁਰਮਤਿ ਨੇ ਇਹ ਵਿਚਾਰ ਵੀ ਸਾਡੇ ਸਾਹਮਣੇ ਰੱਖੇ, ਇਹ ਕਰ ਕਰੇ ਸੋ ਇਹ ਕਰ ਪਾਏ। ਇਸ ਹੱਥ ਨਾਲ ਕਰ, ਇਸ ਹੱਥ ਨੂੰ ਸਜ਼ਾ ਮਿਲੇਗੀ। ਆਓ ਕਿ ਤੈਨੂੰ ਆਪ ਨੂੰ ਹੀ ਸਜ਼ਾ ਮਿਲਣੀ ਹੈ। ਆਪਣੇ ਕੀਤੇ ਹੋਏ ਕਰਮਾਂ ਨੂੰ ਧਿਆਨ ਨਾਲ ਸੋਚ ਸਮਝ ਕੇ ਕਰ। ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ, ਚੰਗਾ ਬਣਾਉਣ ਵਾਸਤੇ ਤੂੰ ਆਪਣੇ ਅੰਦਰ ਦੀ ਖੋਟ ਨੂੰ ਦੇਖ, ਤੇਰੇ ਅੰਦਰ ਕੀ ਕਮੀਆਂ ਹਨ। ਕਿਉਂਕਿ ਜਿੰਨਾ ਚਿਰ ਅਸੀਂ ਜੀਵਨ ਦੇ ਅੰਦਰ ਆਪਣੇ ਆਪ ਦੀ ਖੋਟ ਨਹੀਂ ਲੱਭਦੇ, ਆਪਣੇ ਆਪ ਦੀ ਬੁਰਾਈ ਨਹੀਂ ਲੱਭਦੇ, ਅਸੀਂ ਚੰਗੇ ਇਨਸਾਨ ਨਹੀਂ ਬਣ ਸਕਦੇ। ਤੇ ਭਗਤਾਂ ਦਾ ਮਿਸ਼ਨ ਕੀ ਹੈ? ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਕੀ ਹੈ? ਕਿ ਇਹ ਸਾਰੀ ਦੁਨੀਆ ਜਿਹੜੀ ਹੈ ਨਾ ਉਹ ਚੰਗੀ ਬਣ ਜਾਏ। ਸਾਰੇ ਸੰਸਾਰ ਦੇ ਵਿੱਚੋਂ ਗੁਰੂ ਸਾਹਿਬ ਨੇ ਚੰਗਿਆਈ ਦਾ ਪ੍ਰਚਾਰ ਕੀਤਾ। ਗੁਰੂ ਨਾਨਕ ਪਾਤਸ਼ਾਹ ਨੂੰ ਜੇ ਕਿਤੇ ਇਹ ਕਹਿਣਾ ਪਿਆ ਨਾ ਬਸੇ ਰਹੋ, ਔਰ ਉਹਨਾਂ ਲੋਕਾਂ ਨੂੰ ਕਿਹਾ ਉਜੜ ਜਾਓ, ਉਸ ਦਾ ਕਾਰਨ ਹੀ ਇਹ ਸੀ ਕਿਉਂਕਿ ਚੰਗਿਆਈ ਇੱਕ ਥਾਂ ਤੇ ਚੰਗੀ ਰਹਿੰਦੀ ਹੈ। ਯਾਦ ਰੱਖਿਓ, ਜੀਵਨ ਦੇ ਵਿੱਚ ਜਿਹੜੀ ਬੁਰਾਈ ਹੈ ਇੱਕ ਥਾਂ ਤੇ ਚੰਗੀ ਹੈ, ਉੱਥੇ ਹੀ ਰਵੇ। ਚੰਗਿਆਈ ਸਾਰੇ ਸੰਸਾਰ ਵਿੱਚ ਜਾਵੇ। ਇਹ ਗੁਰੂ ਨਾਨਕ ਪਾਤਸ਼ਾਹ ਦੇ ਉਹ ਅਗੰਮੀ ਵਾਕ ਨੇ ਜਿਨ੍ਹਾਂ ਨੇ ਸਾਨੂੰ ਸਮਝਾਇਆ ਕਿ ਤੁਸੀਂ ਸੰਸਾਰ ਵਿੱਚ ਰਹਿੰਦੇ ਹੋਏ ਚੰਗੇ ਇਨਸਾਨ ਬਣਨਾ ਹੈ। ਚੰਗੇ ਕਦੋਂ ਬਣਾਂਗੇ? ਜਦੋਂ ਅਸੀਂ ਆਪਣੇ ਜੀਵਨ ਵਿੱਚ ਖੋਟ, ਆਪਣੇ ਜੀਵਨ ਵਿੱਚ ਕਮੀਆਂ ਲੱਭਣੀਆਂ ਸ਼ੁਰੂ ਕਰ ਦੇਵਾਂਗੇ। ਕਿਉਂਕਿ ਦੇਖ ਰਹੇ ਹਾਂ ਕਿ ਸਾਡੇ ਸਮਾਜ ਵਿੱਚ ਸਿੱਖੀ ਦੇ ਅੰਦਰ ਜਿੱਥੇ ਤੱਕ ਦਾਸ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰਨ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਦਾ ਹੈ, ਉੱਥੇ ਅਸੀਂ ਦੇਖਦੇ ਹਾਂ ਕਿ ਧਾਰਮਿਕ ਜਿਹੜੀ ਰਸਮਾਂ ਨੇ ਉਹਨਾਂ ਦੀ ਸਾਡੇ ਧਰਮ ਵਿੱਚ ਕੋਈ ਕਮੀ ਨਹੀਂ। ਧਾਰਮਿਕ ਰਸਮਾਂ ਦੀ ਪਾਠ ਹੈ, ਕੀਰਤਨ ਹੈ, ਕਥਾ ਹੈ, ਢਾਡੀ ਪ੍ਰਸੰਗ ਨੇ, ਕਵੀ ਦਰਬਾਰ ਲੱਗਦੇ ਨੇ। ਪਰ ਜਦੋਂ ਆਪਾਂ ਕੌਮ ਦੇ ਉਹਨਾਂ ਹਾਲਾਤਾਂ ਨੂੰ ਵੇਖਦੇ ਹਾਂ, ਉਸ ਪੱਖੋਂ ਅਸੀਂ ਪਿੱਛੇ ਹਾਂ। ਵੀ ਇਤਨਾ ਪ੍ਰਚਾਰ ਹੋ ਰਿਹਾ ਹੈ, ਇਤਨੀ ਸਿੱਖੀ ਦੀ ਗੱਲ ਚੱਲ ਰਹੀ ਹੈ, ਫਿਰ ਵੀ ਕਿਤੇ ਨਾ ਕਿਤੇ ਅਸੀਂ ਸਿੱਖੀ ਦੇ ਉਸ ਮੁਕਾਮ ਨੂੰ ਹਾਸਲ ਨਹੀਂ ਕਰ ਪਾ ਰਹੇ। ਉਹਦਾ ਕਾਰਨ ਹੀ ਪਿਆਰ ਵਾਲਿਓ ਇੱਕੋ ਹੈ ਕਿ ਸਿੱਖ ਬਾਹਰ ਦੀ ਕਿਰਿਆ ਵੱਧ ਚੜ੍ਹ ਕੇ ਕਰ ਰਿਹਾ ਹੈ, ਪਰ ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਆਪਣੇ ਅੰਦਰ
ਲੈ ਕੇ ਨਹੀਂ ਜਾ ਰਿਹਾ। ਗੁਰਬਾਣੀ ਨੇ ਸਾਡੇ ਜੀਵਨ ਨੂੰ ਸਵਾਰਨਾ, ਸ਼ਿੰਗਾਰਨਾ, ਘੜਨਾ, ਪਰ ਅਸੀਂ ਦੇਖ ਰਹੇ ਹਾਂ ਕਿ ਉਹ ਜੀਵਨ ਸਾਡਾ ਘੜਿਆ ਨਹੀਂ ਜਾ ਰਿਹਾ। ਗੁਰੂ ਨਾਨਕ ਪਾਤਸ਼ਾਹ ਦਾ ਇੱਕੋ ਇੱਕ ਮਿਸ਼ਨ ਸੀ। ਉਹ ਮਿਸ਼ਨ ਲੈ ਕੇ ਮਹਾਰਾਜ ਤੁਰੇ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਦਾ, ਵੀ ਹਰ ਇੱਕ ਘਰ ਧਰਮ ਦਾ ਘਰ ਬਣ ਜਾਏ ਤੇ ਉਸ ਪਰਮਾਤਮਾ ਦੀ ਸਿਫਤ ਸਲਾਹ, ਮਾਲਕ ਦੀ ਵਡਿਆਈ ਹੋਵੇ, ਪਰਮੇਸ਼ਰ ਦੇ ਗੁਣ ਗਾਏ ਜਾਣ। ਇਸ ਕਰਕੇ ਬਾਬਾ ਫਰੀਦ ਜੀ ਨੇ ਅੱਜ ਦੇ ਸਲੋਕਾਂ ਰਾਹੀਂ ਜੋ ਮੂਲ ਗੱਲਾਂ ਸਾਨੂੰ ਸਮਝਾਈਆਂ ਕਿ ਅਸੀਂ ਕੀ ਕਰ ਰਹੇ ਹਾਂ ਸੰਸਾਰ ਦੇ ਵਿੱਚ ਆ ਕੇ। ਇਸ ਵਿਸ ਗੰਧਲਾਂ ਦੇ ਮਗਰ ਲੱਗ ਕੇ, ਸੰਸਾਰ ਦੇ ਪਦਾਰਥਾਂ ਦੇ ਪਿੱਛੇ ਲੱਗ ਕੇ ਬੇਅੰਤ ਦੋਸ਼ ਇਕੱਠੇ ਕਰ ਰਹੇ ਹਾਂ। ਜੇ ਇੱਕ ਘੜਿਆਲ ਨਿਰਦੋਸ਼ ਹੈ, ਉਹ ਮਾਰ ਖਾਂਦਾ ਹੈ, ਕਦੀ ਵਿਚਾਰ ਕਰੋ ਸਾਡੇ ਜੀਵਨ ਵਿੱਚ ਤੇ ਇਤਨੀਆਂ ਗਲਤੀਆਂ ਨੇ, ਇਤਨੀਆਂ ਖਾਮੀਆਂ ਨੇ, ਸਾਡਾ ਕੀ ਹਾਲ ਹੋਏਗਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ। ਅਸੀਂ ਵਿਸ ਗੰਧਲਾਂ ਦੇ ਮਗਰ ਲੱਗ ਕੇ, ਪਦਾਰਥਾਂ ਦੇ ਪਿੱਛੇ ਲੱਗ ਕੇ ਉਹ ਕੰਮ ਕਰ ਰਹੇ ਹਾਂ ਜਿਹੜੇ ਕੰਮ ਗੁਰਮਤਿ ਰੋਕਦੀ ਹੈ। ਅਸੀਂ ਠੱਗੀ ਮਾਰਨ ਤੋਂ ਵੀ ਨਹੀਂ ਰੁਕਦੇ, ਅਸੀਂ ਝੂਠ ਬੋਲਣ ਤੋਂ ਵੀ ਨਹੀਂ ਰੁਕਦੇ, ਇਹਦਾ ਬੁਰਾ ਕਰਨ ਤੋਂ ਵੀ ਨਹੀਂ ਰੁਕਦੇ। ਆਪਣੇ ਭਲੇ ਵਾਸਤੇ ਅਸੀਂ ਸਭ ਕੁਝ ਕਰ ਸਕਦੇ ਹਾਂ, ਭਲਾ ਸਾਡਾ ਹੋਣਾ ਚਾਹੀਦਾ। ਆਪਣੇ ਭਲੇ ਲਈ ਅਸੀਂ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ। ਤੇ ਫਿਰ ਕਦੀ ਵਿਚਾਰ ਕਰਕੇ ਵੇਖਿਓ, ਜੇ ਆਪਣੇ ਭਲੇ ਵਾਸਤੇ ਅਸੀਂ ਕਿਸੇ ਹੱਦ ਤੱਕ ਵੀ ਜਾਣ ਵਾਸਤੇ ਤਿਆਰ ਹਾਂ, ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜਾ ਆ ਕੇ ਅਸੀਂ ਮੱਥਾ ਟੇਕਦੇ ਹਾਂ, ਸਿਰ ਝੁਕਾਉਂਦੇ, ਉਹ ਕੀ ਅਰਥ ਰੱਖਦਾ ਹੈ? ਗੁਰੂ ਸਾਹਿਬ ਤਾਂ ਸਾਨੂੰ ਰੋਕਦੇ ਨੇ। ਇੱਥੇ ਤਾਂ ਸਪਸ਼ਟ ਵਿਚਾਰ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ। ਸਾਨੂੰ ਤੇ ਇਹ ਵਿਚਾਰ ਬਖਸ਼ੀ ਗਈ ਕਿ ਬੁਰੇ ਦਾ ਵੀ ਭਲਾ ਕਰਨਾ ਹੈ, ਪਰ ਅਸੀਂ ਤਾਂ ਕਈ ਵਾਰੀ ਭਲੇ ਦਾ ਵੀ ਬੁਰਾ ਕਰਨ ਤੇ ਜਾਂਦੇ ਹਾਂ। ਅੱਜ ਤਾਂ ਤੂੰ ਬੁਰਾ ਕਰ ਦੇਂਗਾ, ਅੱਜ ਤਾਂ ਤੂੰ ਜੀਵਨ 'ਚ ਪਾਪ ਕਮਾ ਲਏਂਗਾ, ਮਾੜੇ ਕੰਮ ਕਰਕੇ ਜੀਵਨ ਨੂੰ ਸੰਸਾਰੀ ਤੌਰ ਤੋਂ ਧਨ ਪਦਾਰਥ, ਸੰਸਾਰ ਦੀ ਐਸੋ ਇਸਰਤ, ਪਦ ਪਦਵੀਆਂ ਹਾਸਲ ਕਰ ਲਏਂਗਾ। ਕਦੀ ਵਿਚਾਰ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਤੇਰਾ ਕੀ ਹਾਲ ਹੋਏਗਾ? ਔਰ ਇਹ ਵੀ ਯਾਦ ਰੱਖਣਾ, ਜਦੋਂ ਵੀ ਸਾਡੇ ਜੀਵਨ ਵਿੱਚ ਗਲਤ ਕੰਮ ਹੁੰਦੇ ਨੇ ਨਾ, ਉਹ ਗਲਤ ਕੰਮ ਸੰਸਾਰ ਦੀ, ਇਹ ਜਿਹੜੀਆਂ ਵਿਸਗੰਧਲਾਂ ਹਨ, ਸੰਸਾਰ ਦੇ ਜਿਹੜੇ ਪਦਾਰਥ ਨੇ, ਸੰਸਾਰ ਦੀਆਂ ਜਿਹੜੀਆਂ ਮੌਜ ਮਸਤੀਆਂ ਨੇ, ਇਹਨਾਂ ਦੇ ਮਗਰ ਲੱਗ ਕੇ ਅਸੀਂ ਉਹ ਕੰਮ ਕਰਦੇ ਹਾਂ। ਜਿਵੇਂ ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਨਾ ਕਿ ਤੂੰ ਸੰਸਾਰ ਦੇ ਵਿੱਚ ਆ ਕੇ ਬਹੁ ਪਰ ਪੰਚ ਕਰ ਪਰਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਵੇਰਾ तेरे जी पै लीजै, छिन छिन तन छीजै, जरा जनाबै, तब तेरी ओक कोई पानियों न पावै, कह कबीर कोई नहीं तेरा, हृदय नाम की ना राम की ना जपै सवेरा। तू छेती क्यों नहीं अपने जीवन ਨੂੰ ਸਵਾਰ ਲੈਂਦਾ? ਪੂਰੀ ਜ਼ਿੰਦਗੀ ਇਹਨਾਂ ਠੱਗੀਆਂ ਠੋਰੀਆਂ ਦੇ ਪਿੱਛੇ ਆਪਣੇ ਜੀਵਨ ਨੂੰ ਗੁਜ਼ਾਰ ਰਹੇ ਹਾਂ। ਜੇ ਇਹ ਨਿਰਦੋਸ਼ ਦਾ ਇਹ ਹਾਲ ਹੈ ਤੇ ਸਾਡੇ ਦੋਸ਼ੀਆਂ ਦਾ ਉਸ ਪਰਮਾਤਮਾ ਦੀ ਦਰਗਾਹ ਵਿੱਚ ਕੀ ਹਾਲ ਹੋਏਗਾ? ਕਿ ਅਸੀਂ ਵਿਸਗੰਧਲਾਂ ਦੇ ਪਿੱਛੇ ਲੱਗ ਕੇ ਜਿਹੜੇ ਕਿ ਠੱਗੀ ਠੋਰੀ ਮਾੜੇ ਕੰਮ ਕਰ ਰਹੇ ਹਾਂ, ਤਾਂ ਮਾਲਕ ਦੀ ਦਰਗਾਹ ਵਿੱਚ ਕੀ ਹਾਲ ਹੋਏਗਾ? ਇਹੀ ਨਹੀਂ, ਜਦ ਆਪਣੇ ਜੀਵਨ ਨੂੰ ਵੇਖਾਂਗੇ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਲੋਭ, ਕਿਤੇ ਅਹੰਕਾਰ, ਇਹ ਸਾਰੀਆਂ ਚੀਜ਼ਾਂ ਸਾਡੇ ਉੱਤੇ ਹਾਵੀ ਹਨ। ਇਸ ਕਰਕੇ ਮਹਾਰਾਜ ਅੱਗੇ ਸਾਨੂੰ ਸਮਝਾਉਣ ਲੱਗੇ, ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ। ਕਹਿੰਦੇ ਜਿਹੜਾ ਘੜਿਆਲ ਹੈ ਹਰ ਘੜੀ ਮਾਰ ਖਾਂਦਾ ਹੈ, ਹਰ ਪਹਿਰ ਤੋਂ ਬਾਅਦ ਉਹਨੂੰ ਸੱਟਾਂ ਵੱਜਦੀਆਂ ਹਨ, ਉਹਨੂੰ ਸਜ਼ਾ ਮਿਲਦੀ ਹੈ। ਆਖਣ ਲੱਗੇ ਸੋ ਹੇੜਾ ਘੜਿਆਲ ਜੂ, ਜਿਵੇਂ ਕਿ ਇਹ ਘੜਿਆਲ ਹੈ ਇਸ ਤਰ੍ਹਾਂ ਹੀ ਤੇਰਾ ਇਹ ਸਰੀਰ ਹੈ, ਸਰੀਰ ਵੀ ਉਸ ਦੀ ਤਰ੍ਹਾਂ ਹੀ ਹੈ। ਤੂੰ ਵੀ ਇਸ ਸਰੀਰ ਨੂੰ ਵਿਸਗੰਧਲਾਂ ਦੇ ਪਿੱਛੇ ਲਾ ਕੇ ਆਪਣੇ ਜੀਵਨ ਵਿੱਚ ਉਹ ਕਰਮ ਕਰ ਰਿਹਾ ਹੈ ਜਿਹੜੇ ਕੰਮ ਤੈਨੂੰ ਦੁਖੀ ਕਰ ਰਹੇ ਹਨ। ਤੇ ਫਿਰ ਯਾਦ ਰੱਖੀ,
ਜੇ ਤੂੰ ਜੀਵਨ ਦੇ ਵਿੱਚ ਐਸੇ ਕੰਮ ਕਰੇਗਾ ਤੇ ਤੇਰੀ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਨਾ, ਵਿਸਗੰਦਲਾਂ ਦੇ ਪਿੱਛੇ ਲੱਗ ਕੇ ਇਹ ਸੁੱਖਾਂ ਵਿੱਚ ਬਤੀਤ ਨਹੀਂ ਹੋਣੀ। ਦੁੱਖ ਹੀ ਰਹਿਣ ਬਿਆਏ, ਦੁੱਖ ਵਿੱਚ ਜ਼ਿੰਦਗੀ ਰੂਪੀ ਰਾਤ ਬਤੀਤ ਹੋਏਗੀ। ਔਰ ਅਸੀਂ ਸਾਰੇ ਅਵਲਾਖੀ ਕਿਸਦੇ ਹਾਂ? ਸੁੱਖ ਦੇ। ਅਵਲਾਖੀ ਕਿਸਦੇ ਹਾਂ? ਆਨੰਦ ਦੇ। ਔਰ ਜ਼ਿੰਦਗੀ ਦੁੱਖ ਵਿੱਚ ਬਤੀਤ ਹੋ ਰਹੀ ਹੈ। ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਨੂੰ ਸਮਝਾਈ ਨਾ ਕਿ ਮਨ ਰੇ ਕੋਨ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨ ਕੀਨੀ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨੀ ਦੀਨਾ ਬਿਰਥਾ ਆਪ ਬਣਾਇਆ। ਜਿਹੜਾ ਮਾਰਗ ਤੋਂ ਚੁਣਨਾ ਸੀ ਨਾ, ਉਹ ਚੁਣਿਆ ਨਹੀਂ। ਇਹ ਤੇਰਾ ਜਿਹੜਾ ਸਰੀਰ ਹੈ ਨਾ, ਇਸ ਤਰ੍ਹਾਂ ਹੀ ਹੈ ਜਿਵੇਂ ਘੜਿਆਲ ਹੈ। ਇਹ ਵੀ ਕੀਤੇ ਹੋਏ ਜਿਹੜੇ ਸਾਡੇ ਕੰਮ ਨੇ, ਉਹਨਾਂ ਦੀ ਸਜ਼ਾ ਸਾਨੂੰ ਭੋਗਣੀ ਪੈਂਦੀ ਹੈ। ਔਰ ਜਦੋਂ ਆਪਾਂ ਵਿਸਗੰਦਲਾਂ ਦੇ ਮਗਰ ਤੁਰਦੇ ਹਾਂ, ਸੁੱਖ ਦੀ ਚਾਹਤ ਵਿੱਚ ਤੁਰਦੇ ਹਾਂ ਕਿ ਸੁੱਖ ਪ੍ਰਾਪਤ ਹੋਏਗਾ, ਅਸੀਂ ਹੋਰ ਦੁਖੀ ਹੋ ਜਾਂਦੇ ਹਾਂ। ਔਰ ਇੱਕ ਦਿਨ ਦਾ ਦੁੱਖ ਨਹੀਂ, ਸਾਡੀ ਜ਼ਿੰਦਗੀ ਦਾ ਸਾਰੀ ਦਾ ਇਹ ਦੁੱਖ ਬਣਿਆ ਰਹਿੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੇ ਇੱਥੇ ਤੱਕ ਕਹਿਣਾ ਪਿਆ ਕਿ ਜਦੋਂ ਮੈਂ ਸੰਸਾਰ ਦੇ ਇਸ ਮਨੁੱਖ ਨੂੰ ਵੇਖਦਾ ਹਾਂ ਤੇ ਇਹ ਸੰਸਾਰ ਦਾ ਮਨੁੱਖ, ਇਹ ਪ੍ਰਾਣੀ, ਇਹ ਕੀ ਕਰ ਰਿਹਾ ਹੈ? ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ। ਸੁਖ ਦੇ ਵਾਸਤੇ ਇਹ ਦੌੜਦਾ ਹੈ, ਹੋਰ ਦੁਖੀ ਹੁੰਦਾ ਹੈ ਕਿਉਂਕਿ ਜਨੇ ਖਣੇ ਦੀ ਸੇਵਾ ਕਰਨ ਲੱਗ ਪੈਂਦਾ, ਸ਼ਾਇਦ ਇੱਥੇ ਸੁਖ ਮਿਲੇਗਾ, ਇਹ ਬੰਦਾ ਸੁਖ ਦੇ ਦੇਗਾ, ਫਲਾਣੀ ਥਾਂ ਤੇ ਸੁਖ ਦੀ ਪ੍ਰਾਪਤੀ ਹੋ ਜਾਏਗੀ। ਅਸੀਂ ਇਹੀ ਕਰ ਰਹੇ ਹਾਂ ਨਾ, ਸਿਰਫ ਸੰਸਾਰੀ ਪਦਾਰਥਾਂ ਵਾਸਤੇ ਧਾਰਮਿਕ ਸਥਾਨਾਂ ਤੇ ਦੌੜ ਰਹੇ ਹਾਂ। ਇੱਕ ਥਾਂ ਤੇ ਨਹੀਂ ਮਿਲਾ, ਦੂਜੀ ਥਾਂ ਤੇ ਜਾ ਰਹੇ ਹਾਂ। ਗੁਸਤਾਖੀ ਮਾਫ ਕਰਨਾ, ਜੀਵਨ ਸਵਾਰਨ ਦੀ ਗੱਲ ਹੋਵੇ ਤਾਂ ਕਿਸੇ ਵੀ ਥਾਂ ਤੇ ਬੈਠ ਕੇ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਕੇ ਅਸੀਂ ਜੀਵਨ ਸਵਾਰ ਸਕਦੇ ਹਾਂ। ਪਰ ਤੁਸੀਂ ਸੰਸਾਰ 'ਚ ਵੇਖੋਗੇ ਬਹੁਤਾਤ ਜਿਹੜੀ ਗਿਣਤੀ ਹੈ ਉਹ ਕੇਵਲ ਸੰਸਾਰੀ ਪਦਾਰਥਾਂ ਦੀ ਲਾਲਸਾਵਾਂ ਲੈ ਕੇ ਧਾਰਮਿਕ ਸਥਾਨਾਂ ਤੇ ਜਾਂਦੀ। ਕਿਤੇ ਪਤਾ ਤੇ ਚੱਲੇ ਕਿ ਇੱਥੇ ਫਲਾਣੇ ਬੰਦੇ ਨੂੰ ਇਹ ਦਾਤ ਮਿਲੀ ਹੈ, ਅਸੀਂ ਵੀ ਦੌੜਨਾ ਸ਼ੁਰੂ ਕਰ ਦਿੰਦੇ ਹਾਂ। ਭਾਵੇਂ ਗੁਰਮਤ ਦੇ ਸਿਧਾਂਤ ਨੂੰ ਨਹੀਂ ਸਮਝਿਆ। ਇਹ ਗੱਲ ਯਾਦ ਰੱਖਣਾ, ਜੀਵਨ ਵਿੱਚ ਕੋਈ ਵੀ ਦਾਤ ਹੈ ਉਦੋਂ ਹੀ ਮਿਲੇਗੀ ਜਦੋਂ ਉਸ ਦਾ ਸਮਾਂ ਹੋਏਗਾ। ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਪਰ ਅਸੀਂ ਜੀਵਨ 'ਚ ਕੀ ਕਰ ਰਹੇ ਹਾਂ ਕਿ ਉਸ ਦਾਤ ਪਿੱਛੇ ਦੌੜ ਰਹੇ ਹਾਂ, ਥਾਂ ਥਾਂ ਤੇ ਜਾ ਰਹੇ ਹਾਂ। ਇੱਕ ਥਾਂ ਤੇ ਗਏ, ਉੱਥੇ ਨਹੀਂ ਮਿਲੀ, ਦੂਜੀ ਥਾਂ ਤੇ ਗਏ, ਉੱਥੇ ਨਹੀਂ ਮਿਲੀ, ਤੀਜੀ ਥਾਂ ਤੇ ਗਏ, ਮਿਲ ਗਏ ਸੀ, ਆਖਿਆ ਵੀ ਇੱਥੋਂ ਦਾਤ ਮਿਲੀ ਹੈ। ਪਰ ਗੁਰਮਤਿ ਕਹਿੰਦੀ ਉਹ ਤੇ ਸਮਾਂ ਆ ਗਿਆ ਸੀ, ਪਰਮਾਤਮਾ ਨੇ ਉਸ ਵੇਲੇ ਤੈਨੂੰ ਦਾਤ ਦੇਣੀ ਸੀ, ਤੂੰ ਕਿਤੇ ਵੀ ਨਾ ਜਾਂਦਾ ਤਾਂ ਵੀ ਤੈਨੂੰ ਮਿਲਣੀ ਸੀ। ਪਰ ਸਾਡਾ ਭੁਲੇਖਾ ਤਾਂ ਬਣ ਗਿਆ ਨਾ, ਸਾਡਾ ਭੁਲੇਖਾ ਤਾਂ ਬਣਿਆ ਨਾ ਵੀ ਇਸ ਦਾਤ ਨੂੰ ਇਸ ਥਾਂ ਤੇ ਮੈਂ ਪ੍ਰਾਪਤ ਕੀਤਾ। ਇਸ ਕਰਕੇ ਜੇ ਚਾਹੁੰਦੇ ਕਿ ਇਹ ਜ਼ਿੰਦਗੀ ਦੁੱਖਾਂ ਵਿੱਚ ਬਤੀਤ ਨਾ ਹੋਵੇ, ਕਿਉਂਕਿ ਜਿਨ੍ਹਾਂ ਪਿੱਛੇ ਅਸੀਂ ਦੌੜ ਰਹੇ ਹਾਂ ਨਾ, ਜਿਨ੍ਹਾਂ ਸੁੱਖਾਂ ਦੀ ਖਾਤਰ ਅਸੀਂ ਦੌੜ ਰਹੇ ਹਾਂ, ਉਹਨਾਂ ਸੁੱਖਾਂ ਦੇ ਵਿੱਚ ਸੁੱਖ ਹੈ ਹੀ ਨਹੀਂ। ਲੱਗਦਾ ਸਾਨੂੰ ਜ਼ਰੂਰ ਹੈ। ਦੇਖੋ ਨਾ, ਜਿਹੜੀ ਚੀਜ਼ ਸਾਡੇ ਕੋਲ ਨਹੀਂ, ਸਾਨੂੰ ਲੱਗਦਾ ਜੇ ਇਹ ਸਾਡੇ ਕੋਲ ਹੋਵੇ ਅਸੀਂ ਸੁਖੀ ਹੋ ਜਾਵਾਂਗੇ। ਪਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੀਏ, ਇਸ ਸੰਸਾਰ ਦੇ ਵਿੱਚ ਕੋਈ ਵੀ ਦਾਤ ਤੂੰ ਪ੍ਰਾਪਤ ਕਰਕੇ ਸੁਖੀ ਨਹੀਂ ਹੋ ਸਕਦਾ। ਇੱਥੇ ਤੱਕ ਸੁਖ ਨਾ ਹੀ ਬਹੁਤਾ ਤਨ ਖੱਟ ਹੈ, ਸੁਖ ਨਾ ਹੀ ਪੇਖੇ ਨਿਤ ਨਟ ਹੈ, ਸੁਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਅਸੀਂ ਸੋਚਦੇ ਬਹੁਤਾ ਧਨ ਖੱਟ ਲਵਾਂਗੇ ਸ਼ਾਇਦ ਸੁਖ ਦੀ ਪ੍ਰਾਪਤੀ ਹੋ ਜਾਏਗੀ। ਪਰ ਗੁਰਮਤਿ ਕੀ ਕਹਿ ਰਹੀ ਹੈ ਕਿ ਜਿਨ੍ਹਾਂ ਕੋਲ ਬਹੁਤਾ ਧਨ ਹੈ, ਦੇਖ ਲਓ ਉਹਨਾਂ ਦੇ ਘਰ ਜਾ ਕੇ, ਜੀ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਸੁੱਖ ਵਿੱਚ ਬਤੀਤ ਹੋ ਰਹੀ ਹੈ। ਸਹੂਲਤਾਂ ਤੇ ਬਹੁਤ ਨੇ, ਵਿਸਗੰਦਲਾਂ ਤੇ ਬੜੀਆਂ ਇਕੱਠੀਆਂ ਕੀਤੀਆਂ, ਕਿ ਸੱਚੀ ਮੁੱਚੀ ਉਹਨਾਂ ਦੀ ਜ਼ਿੰਦਗੀ ਸੁੱਖ ਹੈ? ਤੁਸੀਂ ਦੇਖੋਗੇ ਕਿ ਉੱਥੇ ਜਾ ਕੇ ਉਹਨਾਂ ਦੇ ਆਪਣੇ ਰੋਣੇ ਨੇ, ਉਹਨਾਂ ਦੇ ਆਪਣੇ ਦੁੱਖ ਨੇ। ਅਸੀਂ ਕਹਿੰਦੇ ਕਿਤੇ ਵੀ ਸੁੱਖ ਨਹੀਂ। ਸੱਚਿਓ ਸੰਸਾਰ ਦੇ ਇਹਨਾਂ ਪਦਾਰਥਾਂ ਵਿੱਚੋਂ ਮਾਲਕ ਨੇ ਸੁੱਖ ਨਾ ਹੀ ਬਹੁਤਾ ਧਨ ਖੱਟ ਹੈ, ਸੁੱਖ ਨਾ ਹੀ ਪੇਖੇ ਨਿਤ ਨਟ ਹੈ।
ਬਹੁਤ ਸਾਰੇ ਬੰਦੇ ਨਾਟਕ ਚੇਟਕਾਂ ਵਿੱਚੋਂ ਸੁੱਖ ਲੱਭ ਰਹੇ ਹਨ। ਦੇਖੋ ਨਾ, ਕਿਤਨੀ ਦੁਨੀਆ ਅੱਜ ਨਾਟਕਾਂ ਦੇ ਮਗਰ ਲੱਗੀ ਫਿਰਦੀ ਹੈ। ਗੁਰਦੁਆਰਾ ਛੱਡਿਆ ਜਾ ਸਕਦਾ ਹੈ, ਨਾਟਕ ਨਹੀਂ ਛੱਡਿਆ ਜਾ ਸਕਦਾ। ਗੁਰੂ ਘਰ ਹਾਜ਼ਰੀ ਛੱਡੀ ਜਾ ਸਕਦੀ ਹੈ, ਪਰ ਨਾਟਕ ਚੱਲ ਰਿਹਾ ਹੋਵੇ ਤੇ ਬੰਦਾ ਹਾਜ਼ਰੀ ਨਾਟਕ ਦੀ ਰਹੇਗਾ, ਗੁਰੂ ਘਰ ਦੀ ਨਹੀਂ। ਮੈਚ ਜਿਹੜਾ ਹੈ ਉਹ ਨਹੀਂ ਛੱਡਿਆ ਜਾ ਸਕਦਾ। ਗੁਰੂ ਘਰ ਕਥਾ ਚੱਲ ਰਹੀ ਹੋਵੇ, ਪ੍ਰਬੰਧਕਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਹੋਵੇ, ਉਹ ਛੱਡਿਆ ਜਾ ਸਕਦਾ ਹੈ। ਇਹ ਸਾਡੀ ਹਾਲਤ ਹੈ, ਕਿਉਂਕਿ ਅਸੀਂ ਉਸ ਦੇ ਵਿੱਚੋਂ ਸੁੱਖ ਲੱਭ ਰਹੇ ਹਾਂ। ਤੁਸੀਂ ਵੇਖੋ ਕਿ ਕਿਸੇ ਕਾਰਨ ਬਸ ਜਿਨ੍ਹਾਂ ਨੂੰ ਅਸੀਂ ਜਿਤਾਉਣਾ ਚਾਹੁੰਦੇ ਹਾਂ, ਜੇ ਉਹ ਹਾਰ ਜਾਣ, ਫਿਰ ਜਿਹੜੇ ਲੋਕ ਉਸ ਦੇ ਵਿੱਚੋਂ ਸੁੱਖ ਲੱਭ ਰਹੇ ਸਨ ਉਹ ਹੀ ਦੁਖੀ ਹੁੰਦੇ ਨੇ। ਬਹੁਤ ਸਾਰੇ ਖੁਦਕੁਸ਼ੀ ਤੱਕ ਕਰ ਲੈਂਦੇ ਨੇ, ਆਪਣੇ ਆਪ ਦਾ ਨੁਕਸਾਨ ਕਰ ਲੈਂਦੇ ਨੇ। ਇੱਥੇ ਤੱਕ ਹਾਲਤ ਹੈ ਕਿ ਗੁਰਮੁਖ ਸੱਜਣ ਆਏ, ਕਹਿਣ ਲੱਗੇ ਵੀਰ ਜੀ, ਕਹਿੰਦੇ ਕੱਲ ਮੈਚ ਸੀ, ਪੁੱਤਰ ਨੇ ਮੈਚ ਇੰਡੀਆ ਹਾਰ ਗਿਆ, ਟੀਵੀ ਤੋੜ ਦਿੱਤਾ, 70,000 ਰੁਪਏ ਦਾ ਟੀਵੀ ਤੋੜ ਦਿੱਤਾ, ਮੈਚ ਇੰਡੀਆ ਹਾਰ ਗਿਆ। ਕਿਉਂਕਿ ਅਸੀਂ ਉਹਦੇ ਵਿੱਚੋਂ ਸੁੱਖ ਲੱਭ ਰਹੇ ਸੀ, ਨਹੀਂ ਲੱਭਿਆ, ਲੱਭਣਾ ਵੀ ਨਹੀਂ ਹੈ। ਜਿੱਤ ਜਾਏ ਤਾਂ ਵੀ ਨਹੀਂ ਲੱਭਣਾ, ਕੀ ਮਿਲੇਗਾ? ਹਾਰ ਜਾਏ ਤਾਂ ਵੀ ਨਹੀਂ ਲੱਭਣਾ। ਸੰਸਾਰ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹ ਨਾਟਕ ਚੇਟਕ ਨੇ। ਔਰ ਇਹ ਮੈਂ ਇੱਕ ਸੱਚੀ ਗੱਲ ਦੱਸ ਰਿਹਾ ਕਿ ਅਸੀਂ ਇੱਦਾਂ ਦੇ ਹੋ ਗਏ ਕਿ ਸੰਸਾਰ ਦੇ ਨਾਟਕਾਂ ਚੇਟਕਾਂ ਵਿੱਚ ਸਾਡਾ ਬਹੁਤਾ ਖਿਆਲ ਰਹਿੰਦਾ ਹੈ, ਕਿਉਂਕਿ ਇਹ ਤਾਂ ਟੈਂਪਰੇਰੀ ਨੇ, ਕੁਝ ਸਮਾਂ ਲਈ ਨੇ। ਸਾਡੀ ਸਾਰੀ ਜ਼ਿੰਦਗੀ ਉਹਨਾਂ ਨਾਟਕਾਂ ਨੇ ਨਾਟਕ ਬਣਾ ਕੇ ਰੱਖ ਦਿੱਤੀ। ਸਾਨੂੰ ਇਹ ਜ਼ਿੰਦਗੀ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ, ਜ਼ਿੰਦਗੀ ਨੂੰ ਸਵਾਰਨ ਦਾ ਮੌਕਾ ਹੀ ਨਹੀਂ ਮਿਲਿਆ। ਇਹ ਦੁੱਖਾਂ ਦੇ ਅੰਦਰ ਪੂਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਮੇਰ ਤੇਰ ਹੋਵੇਂ ਹੰਕਾਰ, ਫਲਾਣੇ ਨੇ ਚੰਗਾ ਆਖਿਆ, ਮਾੜਾ ਆਖਿਆ, ਉਹਨੇ ਨਿੰਦਾ ਕੀਤੀ, ਉਹਨੇ ਚੰਗਾ ਕਿਹਾ। ਨਹੀਂ ਪਿਆਰ ਵਾਲਿਓ, ਸਾਨੂੰ ਆਪਣੇ ਜ਼ਿੰਦਗੀ ਦੇ ਅੰਦਰ ਇਹ ਪਰਚੋਲ ਕਰਨੀ ਹੈ ਕਿ ਗੁਰਮਤਿ ਅਨੁਸਾਰ ਅਸੀਂ ਕਿਵੇਂ ਜੀਵਨ ਜਿਉਣਾ ਹੈ। ਕਿਤੇ ਐਸਾ ਤਾਂ ਨਹੀਂ ਹੋ ਰਿਹਾ ਜਿਨ੍ਹਾਂ ਨੂੰ ਅਸੀਂ ਇਕੱਠੇ ਕਰਕੇ ਔਰ ਇਹ ਲਾਲਸਾ ਲਾਏ ਬੈਠੇ ਸੁੱਖ ਦੀ ਪ੍ਰਾਪਤੀ ਹੋਏਗੀ। ਮਾਰੇ ਕਹਿੰਦੇ ਉਹਨਾਂ ਪਿੱਛੋਂ ਸੁੱਖ ਨਹੀਂ ਹੈ। ਨਾ ਨਾਟਕ ਚੇਟਕ ਵਿੱਚ ਸੁੱਖ ਹੈ, ਨਾ ਹੀ ਬਹੁਤ ਸਾਰੇ ਦੇਸ਼ਾਂ ਦਾ ਰਾਜ ਪਾਠ ਹਾਸਲ ਕਰ ਲਈ ਉਸ ਦੇ ਵਿੱਚ ਸੁੱਖ ਹੈ। ਸਰਬ ਸੁਖਾ ਹਰ ਹਰ ਗੁਣ ਗਾਏ, ਪਰਮਾਤਮਾ ਦੇ ਗੁਣ ਗਾਉਣ ਵਿੱਚ ਸੁੱਖ ਹੈ। ਹੁਣ ਗੁਣ ਗਾਉਣਾ ਕੱਲਾ ਵਾਹਿਗੁਰੂ ਕਹਿਣਾ ਨਹੀਂ, ਮੈਨੂੰ ਮਾਫ ਕਰ ਦੇਣਾ। ਗੁਣ ਗਾਣਾ ਕੱਲਾ ਇਹ ਵੀ ਨਹੀਂ ਕਥਾ ਕਰ ਲੈਣੀ, ਕਥਾ ਸੁਣ ਲੈਣੀ, ਬਾਣੀ ਪੜ੍ਹ ਲੈਣੀ। ਗੁਣ ਗਾਉਣ ਦਾ ਅਰਥ ਹੈ ਕਿ ਜਿਸ ਗੁਰੂ ਦਾ ਉਪਦੇਸ਼ ਸਾਡੇ ਲਈ ਹੈ, ਉਹ ਉਪਦੇਸ਼ ਦੇ ਉੱਤੇ ਅਸੀਂ ਕਿਤਨਾ ਕੁ ਚੱਲ ਰਹੇ ਹਾਂ। ਜੇ ਇੱਕ ਦੋ ਕਦਮ ਪੁੱਟਿਆ ਹੈ ਤਾਂ ਸਮਝ ਲਓ ਉਤਨੇ ਕੁ ਗੁਣ ਅਸੀਂ ਗਾ ਲਏ ਹਾਂ। ਜੇ ਉਪਦੇਸ਼ ਕਮਾਇਆ ਹੈ, ਜੀਵਨ ਵਿੱਚ ਉਤਾਰਿਆ ਹੈ, ਸਾਡੇ ਜੀਵਨ 'ਚ ਉਹ ਨਿਮਰਤਾ ਆਈ, ਜੀਵਨ ਵਿੱਚ ਉਹ ਸਹਿਜ ਆਇਆ, ਜੀਵਨ ਵਿੱਚ ਉਸ ਆਨੰਦ ਦੀ ਪ੍ਰਾਪਤੀ ਹੋਈ, ਜਿਹੜੇ ਆਨੰਦ ਦੀ ਗੱਲ ਗੁਰਮਤਿ ਕਰ ਰਹੀ ਹੈ। ਮਾਫ ਕਰਨਾ, ਜੇ ਸਾਰਾ ਕੁਝ ਕਰਨ ਤੋਂ ਬਾਅਦ ਵੀ ਜਿਹੜੀ ਵਿਚਾਰਧਾਰਾ ਗੁਰੂ ਸਾਹਿਬ ਦੇ ਸਿਧਾਂਤਿਕ ਪੱਖ ਨੇ, ਜਿਨ੍ਹਾਂ ਕਰਕੇ ਆਪਾਂ ਗੁਣ ਗਾਣੇ ਸੀ, ਪਾਠ ਕਰਨਾ ਸੀ, ਕੀਰਤਨ ਕਰਨਾ ਸੀ, ਕਥਾ ਕਰਨੀ ਸੀ, ਇਹ ਸਾਰੀਆਂ ਚੀਜ਼ਾਂ ਜਿਸ ਕਰਕੇ ਨੇ, ਉਸ ਕਰਕੇ ਨੇ ਕਿ ਸਾਡਾ ਜੀਵਨ ਸਵਰ ਜਾਏ, ਸਾਡੇ ਜੀਵਨ ਵਿੱਚੋਂ ਖੋਟ ਜਿਹੜੀ ਹੈ ਉਹ ਪਾਸੇ ਹੋ ਜਾਏ, ਅਸੀਂ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਵਾਰ ਲਈਏ। ਇਹ ਗੱਲ ਯਾਦ ਰੱਖਣਾ, ਅਧੂਰੀ ਜ਼ਿੰਦਗੀ ਕਦੀ ਸੁੱਖ ਨਹੀਂ ਦਿੰਦੀ। ਜੇ ਜ਼ਿੰਦਗੀ ਅਧੂਰੀ ਹੈ ਨਾ, ਇਹਦੇ ਵਿੱਚ ਸੁੱਖ ਨਹੀਂ ਮਿਲੇਗਾ। ਜਿਵੇਂ ਅਧੂਰਾ ਘਰ ਚੰਗਾ ਨਹੀਂ ਲੱਗਦਾ, ਅਰਸਿਲਾ ਕੱਪੜਾ ਚੰਗਾ ਨਹੀਂ ਲੱਗਦਾ, ਕੱਚਾ ਭੋਜਨ ਸਾਨੂੰ ਚੰਗਾ ਨਹੀਂ ਲੱਗਦਾ। ਯਾਦ ਰੱਖਣਾ, ਅਧੂਰੀ ਜ਼ਿੰਦਗੀ ਵੀ ਗੁਰੂ ਨੂੰ ਪਸੰਦ ਨਹੀਂ। ਔਰ ਯਾਦ ਰੱਖਣਾ, ਸਾਨੂੰ ਅਧੂਰੀ ਜ਼ਿੰਦਗੀ ਕੇਵਲ ਦੁੱਖ ਦਿੰਦੀ ਹੈ। ਇਸ ਕਰਕੇ ਗੁਰਦੇਵ ਪਿਤਾ ਆਪਣੇ ਸਿੱਖ ਦੀ ਜ਼ਿੰਦਗੀ ਨੂੰ ਹਰ ਪੱਖੋਂ ਪੂਰਨ ਕਰਨਾ ਚਾਹੁੰਦੇ ਨੇ। ਸਤਿਗੁਰ ਇਹ ਚਾਹੁੰਦੇ ਨੇ ਕਿ ਮੇਰੇ ਸਿੱਖ ਦੀ ਜ਼ਿੰਦਗੀ ਦੁੱਖਾਂ ਵਿੱਚ ਬਤੀਤ ਨਾ ਹੋਵੇ, ਮੇਰਾ ਸਿੱਖ ਆਨੰਦ ਵਿੱਚ ਰਵੇ। ਤੇ ਜੇ ਆਪਾਂ ਜ਼ਿੰਦਗੀ ਵਿੱਚ ਜਿਹੜੇ ਵਚਨ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ, ਜਿਵੇਂ ਘੜਿਆਲ ਹੈ ਇਸ ਤਰ੍ਹਾਂ ਤੇਰਾ ਸਰੀਰ ਹੈ, ਐਸਾ ਵਿਸ ਗੰਦਲਾਂ ਦੇ ਪਿੱਛੇ ਲੱਗੇਗਾ ਨਾ ਤੇ ਰੋਜ਼ ਦੁਖੀ ਹੋਏਗਾ। ਅਸੀਂ ਕਦਮ ਕਦਮ ਤੇ ਦੁਖੀ ਹੁੰਦੇ ਹਾਂ।
ਇਹ ਗੱਲ ਵੱਖਰੀ ਹੈ ਕਿ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਅਸੀਂ ਅਹਿਸਾਸ ਨਹੀਂ ਕਰਦੇ। ਗੁਰਦੇਵ ਪਿਤਾ ਨੇ ਜਿਹੜੀ ਵਿਚਾਰਧਾਰਾ ਰਾਹੀਂ ਸਾਨੂੰ ਸਮਝਾਇਆ, ਉਸ ਵਿਚਾਰਧਾਰਾ ਨੂੰ ਅਸੀਂ ਆਪਣੇ ਪੱਲੇ ਨਹੀਂ ਬੰਨ੍ਹਦੇ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਤੇਰੀ ਜ਼ਿੰਦਗੀ ਰੂਪੀ ਰਾਤ ਇਹਨਾਂ ਵਿਸ ਗੰਦਲਾਂ ਦੇ ਪਿੱਛੇ ਦੁੱਖਾਂ ਵਿੱਚ ਹੀ ਨਿਭਾਤ ਜਾਏ, ਬਤੀਤ ਹੋ ਜਾਏ। ਫਿਰ ਅੱਗੇ ਕਹਿ ਰਹੇ ਨੇ, ਬੁੱਢਾ ਹੋਵਾ ਸੇਖ ਫਰੀਦ। ਬਾਬਾ ਫਰੀਦ ਜੀ ਕਹਿੰਦੇ ਇਹਨਾਂ ਵਿਸ ਕੰਦਲਾਂ ਨੂੰ ਇਕੱਠੀਆਂ ਕਰਦਾ ਕਰਦਾ ਕਹਿੰਦੇ ਮੈਂ ਬੁੱਢਾ ਹੋ ਗਿਆ, ਕਮਜ਼ੋਰ ਪੈ ਗਿਆ ਹਾਂ। ਅਸੀਂ ਸਵੇਰੇ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਹਾਂ, ਜਨਮ ਤੋਂ ਲੈ ਕੇ ਮਰਨ ਤੱਕ ਲੱਗੇ ਰਹਿੰਦੇ ਹਾਂ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਆਪਾਂ ਦੁਨਿਆਵੀ ਪਦਾਰਥ ਇਕੱਠੇ ਨਹੀਂ ਕਰਨੇ। ਗੁਰੂ ਨਾਨਕ ਦਾ ਸਿਧਾਂਤ ਤੋਂ ਸਭ ਤੋਂ ਪਹਿਲਾਂ ਕਿਰਤ ਕਰਨ ਦਾ ਹੈ, ਪਰ ਨਾਲ ਕੀਰਤੀ ਵੀ ਹੈ। ਜਿੱਥੇ ਸਿੱਖ ਨੇ ਕਿਰਤ ਨਾਲ ਜੁੜਨਾ ਹੈ ਨਾ, ਨਾਲ ਨਾਲ ਕੀਰਤੀ ਹੈ। ਕਿਰਤ ਸਰੀਰ ਨੂੰ ਸੁਖ ਦਿੰਦੀ ਹੈ, ਸਰੀਰ ਨੂੰ ਸਹੂਲਤਾਂ ਦਿੰਦੀ ਹੈ। ਕੀਰਤੀ ਮਨ ਨੂੰ ਸ਼ਗੁਨ ਦਿੰਦੀ ਹੈ। ਕੀਰਤੀ ਜਿਹੜੀ ਹੈ ਤੁਹਾਡੇ ਅੰਦਰ ਦੇ ਹਿਰਦੇ ਨੂੰ ਚੜ੍ਹਦੀ ਕਲਾ 'ਚ ਰੱਖਦੀ ਹੈ, ਤੁਹਾਨੂੰ ਆਨੰਦ ਦਿੰਦੀ ਹੈ। ਬਾਬਾ ਫਰੀਦ ਜੀ ਕਹਿੰਦੇ ਪਰ ਮੈਂ ਸੰਸਾਰ ਦੀਆਂ ਇਹ ਵਿਸ ਗੰਦਲਾਂ ਇਕੱਠੀਆਂ ਕਰਦਿਆਂ ਮੇਰਾ ਸਰੀਰ ਕਮਜ਼ੋਰ ਪੈ ਗਿਆ, ਮੈਂ ਬੁੱਢਾ ਹੋ ਗਿਆ। ਕੰਮਣ ਲੱਗੀ ਦੇ ਹੁਣ ਕੰਮਣ ਲੱਗ ਪਈ ਹੈ। ਆਓ ਕਿ ਜੀਵਨ ਦੇ ਵਿੱਚ ਇੱਕ ਹਾਲਤ ਐਸੀ ਬਣ ਜਾਂਦੀ ਹੈ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਆ ਕੇ ਤਾਂ ਇਹ ਕਹਿੰਦੇ ਹਾਂ ਕਿ ਅਜੇ ਬੜਾ ਵਕਤ ਹੈ। ਆਮ ਤੌਰ ਤੋਂ ਅਸੀਂ ਜਦੋਂ ਆਪਣੇ ਸਮਾਜਿਕ ਪਰਿਵਾਰਕ ਜੀਵਨ ਨੂੰ ਵੇਖਦੇ ਹਾਂ ਤੇ ਖਾਸ ਕਰਕੇ ਮਾਂ ਪਿਓ ਵੀ ਬੱਚਿਆਂ ਨੂੰ ਕਹਿ ਦਿੰਦੇ ਨੇ, ਜੇ ਇੱਕ ਮਾਂ ਆਖੇ ਤੇ ਪਿਓ ਕਹਿ ਦਿੰਦਾ ਬੱਚਾ ਹੈ। ਜੇ ਪਿਓ ਆਖੇ ਵੀ ਤੂੰ ਗੁਰਬਾਣੀ ਪੜ੍ਹਿਆ ਕਰ, ਗੁਰਦੁਆਰੇ ਆਇਆ ਕਰ, ਮਾਂ ਕਹਿੰਦੇ ਬੱਚਾ ਅਜੇ ਖੇਡਣ ਦੇ ਦਿਨ ਨੇ, ਪੂਰੀ ਜ਼ਿੰਦਗੀ ਇਸਨੇ ਇਹੀ ਕਰਨਾ। ਤੁਸੀਂ ਕਰਦੇ ਹੋ, ਇਸ ਦਾ ਅਰਥ ਇਹ ਨਹੀਂ ਕਿ ਇਹ ਵੀ ਕਰੇ। ਇਹ ਸਾਡੀ ਪਰਿਵਾਰਿਕ ਹਾਲਤ ਹੈ ਜੋ ਕਿ ਗੁਰਬਾਣੀ ਨੇ ਸਪਸ਼ਟ ਆਖਿਆ ਕਿ ਸਾਡਾ ਜੀਵਨ 12 ਵਰਸ ਬਾਲਪਨ ਬੀਤੇ, 20 ਵਰਸ ਕਛ ਤਪ ਨਾ ਕੀਓ, 30 ਵਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਵਿਰਧ ਪਇਓ, ਮੇਰੀ ਮੇਰੀ ਕਰਤੇ ਜਨਮ ਗਏ। ਪੱਲੇ ਕੀ ਪਿਆ? ਬਚਪਨਾ ਅਗਿਆਨਤਾ ਵਿੱਚ ਲੰਘ ਗਿਆ, ਜਵਾਨੀ ਦੇ ਨਸ਼ੇ ਵਿੱਚ ਲੰਘ ਗਈ, ਬੁਢੇਪਾ ਆ ਗਿਆ, ਜੀਵਨ ਦੀ ਕੋਈ ਸੋਝੀ ਪ੍ਰਾਪਤ ਨਹੀਂ ਹੋਈ। ਕਿ ਸਾਡੇ ਸਰੀਰ ਦਾ ਮਕਸਦ ਗੁਰਸਿੱਖੋ ਇਹੀ ਹੈ ਕਿ ਸੰਸਾਰ ਦੇ ਪਦਾਰਥ ਇਕੱਠੇ ਕਰਨ ਹੀ ਆਏ ਹਾਂ। ਮੈਂ ਤਾਂ ਕਈ ਵਾਰੀ ਸੋਚਦਾ ਹਾਂ ਕਿ ਜੇ ਆਪਾਂ ਕੇਵਲ ਪਦਾਰਥ ਹੀ ਇਕੱਠੇ ਕਰਨੇ ਸੀ, ਇਹ ਪਰਿਵਾਰ ਹੀ ਬਣਾਉਣਾ ਸੀ, ਤਾਂ ਫਿਰ ਸਾਡੇ ਵਿੱਚ ਤੇ ਇਹਨਾਂ ਪੰਛੀਆਂ ਵਿੱਚ ਕੋਈ ਫਰਕ ਜ਼ਿਆਦਾ ਨਹੀਂ। ਹਰ ਇੱਕ ਪੰਛੀ ਦਾ ਪਰਿਵਾਰ ਵੀ ਹੁੰਦਾ ਹੈ, ਹਰ ਇੱਕ ਪੰਛੀ ਆਪਣਾ ਆਲਣਾ ਵੀ ਪਾ ਲੈਂਦਾ ਹੈ, ਬੱਚੇ ਵੀ ਪੈਦਾ ਕਰਦਾ ਹੈ। ਸਵੇਰੇ ਉਹ ਆਪਣੇ ਬੱਚਿਆਂ ਦੇ ਰਿਜ਼ਕ ਲਈ ਦਾਣਾ ਲੈਣ ਵਾਸਤੇ ਵੀ ਚਲਾ ਜਾਂਦਾ ਹੈ, ਚੁੱਗਾ ਚੁੱਕ ਕੇ ਦਾਣਾ ਲਿਆ ਕੇ ਆਪਣੇ ਬੱਚਿਆਂ ਦੇ ਮੁਖ ਵਿੱਚ ਪਾਉਂਦਾ ਹੈ। ਜੇ ਬੰਦਾ ਕਹਿੰਦਾ ਜੀ ਮਕਸਦ ਇਹੀ ਹੈ, ਧਨ ਕਮਾਉਣਾ, ਬੱਚੇ ਪਾਲਣੇ, ਇਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ, ਇਹ ਮਕਸਦ ਦਾ ਪਸ਼ੂ ਵੀ ਪੂਰਾ ਕਰ ਰਹੇ ਹਨ, ਫਿਰ ਸਾਨੂੰ ਇਹ ਮਨੁੱਖਾ ਜੀਵਨ ਜਿਹੜਾ ਮਿਲਿਆ ਤੇ ਉਸ ਦਾ ਕੀ ਲਾਭ ਹੋਇਆ? ਦੇਖੋ ਨਾ, ਗੁਰਬਾਣੀ ਕਹਿੰਦੀ ਤੁਹਾਨੂੰ ਰੱਬ ਨੇ ਪੁੱਛਣਾ, ਕਹਾਂ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਤੈਨੂੰ ਪੁੱਛਿਆ ਜਾਣਾ ਵੀ ਤੂੰ ਕੀ ਖਟਿਆ, ਕੁਝ ਖਟਿਆ ਵੀ ਹੈ ਜੀਵਨ 'ਚ ਕਿ ਨਹੀਂ ਖਟਿਆ? ਮੈਂ ਕਈ ਵਾਰੀ ਸੋਚਦਾ ਵੀ ਅਸੀਂ ਦੁਨਿਆਵੀ ਤੌਰ ਤੋਂ ਦੁਨਿਆਵੀ ਮਾਪੇ ਆਪਣੇ ਬੱਚੇ ਨੂੰ ਕਿਤੇ ਹੋਸਟਲ 'ਚ ਪਾ ਦਈਏ ਨਾ, ਤੇ ਬੱਚੇ ਨੂੰ ਬਾਰ-ਬਾਰ ਪੁੱਛਦੇ ਤੂੰ ਪੜ੍ਹ ਵੀ ਰਿਹਾ ਕਿ ਨਹੀਂ ਪੜ੍ਹ ਰਿਹਾ, ਤੂੰ ਆਪਣੀ ਪੜ੍ਹਾਈ ਵੱਲ ਧਿਆਨ ਵੀ ਦੇ ਰਿਹਾ ਕਿ ਨਹੀਂ, ਤੇਰੇ ਉੱਤੇ ਅਸੀਂ ਇਤਨਾ ਖਰਚਾ ਕਰ ਰਹੇ ਹਾਂ। ਯਾਦ ਰੱਖਿਓ, ਜੇ ਅਸੀਂ ਪੁੱਛਦੇ ਹਾਂ, ਰੱਬ ਨੇ ਵੀ ਸਾਨੂੰ ਪੁੱਛਣਾ ਕਿ ਇਤਨਾ ਪ੍ਰਬੰਧ ਕਰਕੇ ਤੈਨੂੰ ਸੰਸਾਰ 'ਚ ਭੇਜਿਆ ਸੀ। ਇਹ ਗੁਰਬਾਣੀ ਕਹਿ ਰਹੀ ਹੈ। ਸਭ ਤੋਂ ਪਹਿਲਾਂ ਪਰਮਾਤਮਾ ਨੇ ਸਾਡੇ ਅੰਨ ਜਲ ਦਾ ਪ੍ਰਬੰਧ ਕੀਤਾ ਹੈ। ਪਹਿਲੋ ਤੇ ਰਿਜ਼ਕ ਉਪਾਹਾ, ਪਿੱਛੋਂ ਦੇਤਾ
ਜੰਤ ਪਾਹਾ, ਪਹਿਲਾਂ ਰਿਜ਼ਕ ਪੈਦਾ ਕੀਤਾ, ਫਿਰ ਸਾਨੂੰ ਸੰਸਾਰ ਦੇ ਵਿੱਚ ਭੇਜਿਆ। ਫਿਰ ਰੱਬ ਨੇ ਸਾਨੂੰ ਪੁੱਛਣਾ ਤੈਨੂੰ ਇਤਨਾ ਕੁਝ ਦਿੱਤਾ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਰੱਬ ਨੇ ਪੁੱਛਣਾ ਦੇਖ, ਦਿਨ ਰਾਤ ਰਾਤਾਂ ਰੁੱਤਾਂ ਥਿੱਤਾਂ ਵਾਰ ਪਵਨ ਪਾਣੀ ਸਾਰੀਆਂ ਚੀਜ਼ਾਂ ਤੈਨੂੰ ਦਿੱਤੀਆਂ, ਇਹ ਰੱਬ ਵੱਲੋਂ ਸਾਨੂੰ ਸਹੂਲਤ ਦਿੱਤੀ ਗਈ ਹੈ। ਧਰਤੀ ਦਿੱਤੀ ਅਸੀਂ ਬੈਠ ਕੇ ਧਰਮ ਕਮਾ ਸਕੀਏ। ਇਹ ਧਰਤੀ ਸਾਰੀ ਹੈ ਹੀ ਧਰਮਸ਼ਾਲਾ, ਇਹ ਪਾਪਸ਼ਾਲਾ ਨਹੀਂ ਹੈ। ਇਹ ਗੱਲ ਵੱਖਰੀ ਕਿ ਮਨੁੱਖ ਨੇ ਧਰਤੀ ਦੇ ਕੋਈ ਕਿੱਤਾ ਨਹੀਂ ਛੱਡਿਆ ਜਿੱਥੇ ਉਸਨੇ ਪਾਪ ਨਾ ਕੀਤਾ ਹੋਵੇ। ਇਹ ਤਾਂ ਧਾਰਮਿਕ ਸਥਾਨ ਵੀ ਬੰਦਾ ਨਹੀਂ ਛੱਡਦਾ, ਹੋਰ ਤੇ ਤੁਸੀਂ ਛੱਡੋ। ਹੈ ਧਰਮਸ਼ਾਲਾ, ਪਰ ਮਨੁੱਖ ਨੇ ਇਸ ਨੂੰ ਜੋ ਸੱਚੀ ਮੁੱਚੀ ਪਾਪ ਦਾ ਅੱਡਾ ਬਣਾ ਦਿੱਤਾ। ਇਸ ਕਰਕੇ ਬਾਬਾ ਫਰੀਦ ਜੀ ਫਿਕਰਮੰਦ ਨੇ, ਆਖਰ ਨੇ ਕਿ ਇਹਨਾਂ ਵਿਸਗੰਦਲਾਂ ਨੂੰ ਇਕੱਠੀਆਂ ਕਰਦਾ ਕਰਦਾ ਮੇਰਾ ਸਰੀਰ ਕਮਜ਼ੋਰ ਹੋ ਗਿਆ, ਮੈਂ ਬੁੱਢਾ ਹੋ ਗਿਆ ਹਾਂ, ਹੁਣ ਮੇਰੀ ਦੇਹ ਵੀ ਕੰਮਣ ਲੱਗੀ ਹੈ। ਅਰਥ ਬੜੇ ਸਪਸ਼ਟ ਨੇ, ਕਿਉਂਕਿ ਭਗਤੀ ਜਿਹੜੀ ਹੈ ਉਦੋਂ ਹੀ ਹੋ ਸਕਦੀ ਹੈ ਜਦੋਂ ਸਰੀਰ ਵਿੱਚ ਜਾਨ ਹੋਵੇ। ਜੇ ਸਰੀਰ 'ਚ ਜਾਨ ਨਹੀਂ, ਭਗਤੀ ਵੀ ਨਹੀਂ ਹੋ ਸਕਦੀ। ਇਹ ਹਾਲਤ ਵਿੱਚ ਕਦੀ ਭਗਤੀ ਨਹੀਂ ਹੋ ਸਕਦੀ। ਨੈਣੋ ਨੀਰ ਪਹਿ ਤਨਖੀਨਾ, ਪਹਿ ਕੇਸ ਦੁੱਧ ਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣੀ। ਮਾਥੇ ਪੀਰ ਸਰੀਰ ਜਲਨ ਹੈ, ਕਰਗ ਕਰੇ ਜੇ ਮਾਹੀ, ਐਸੀ ਵੇਦਨ ਉਪਜ ਕਰੀ ਵਈ ਵਾਕਾ ਔਖਦ ਨਹੀਂ। ਜਦੋਂ ਬੁਢੇਪਾ ਆ ਜਾਂਦਾ ਹੈ ਨਾ, ਬੁਢੇਪੇ ਦੀ ਕੋਈ ਦਵਾਈ ਨਹੀਂ ਹੈ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਸਾਰੀ ਬਿਮਾਰੀਆਂ ਦਾ ਇਲਾਜ ਹੈ, ਬੁਢੇਪੇ ਦਾ ਕੋਈ ਇਲਾਜ ਨਹੀਂ ਬੰਦੇ ਕੋਲ। ਇੱਕ ਮੇਰੇ ਬੜੇ ਖਾਸ ਮਿੱਤਰ ਸੀ ਰੋਪੜ, ਅਕਸਰ ਸ਼ਾਮ ਹੋਣੀ ਤੇ ਰਹਿਰਾਸ ਕਰਨ ਤੋਂ ਪਹਿਲਾਂ ਮੈਂ ਅੱਧਾ ਘੰਟਾ ਉਹਨਾਂ ਕੋਲ ਜਾ ਕੇ ਬਹਿ ਜਾਂਦਾ ਸੀ। ਇੱਕ ਦਿਨ ਉਹ ਬੜੇ ਪਰੇਸ਼ਾਨ ਜਿਹੇ ਨਜ਼ਰ ਆ ਰਹੇ ਸਨ। ਮੈਂ ਪੁੱਛਿਆ ਕੀ ਗੱਲ ਡਾਕਟਰ ਸਾਹਿਬ, ਅੱਜ ਬੜੇ ਪਰੇਸ਼ਾਨ ਹੋ? ਕਹਿੰਦੇ ਇੱਕ ਬਜ਼ੁਰਗ ਨਾਲ ਪੰਗਾ ਪੈ ਗਿਆ। ਮੈਂ ਕਿਹਾ ਪੰਗਾ ਕੀ ਪੈਣਾ ਸੀ, ਕੀ ਹੋਇਆ? ਕਹਿੰਦੇ ਉਹ ਫਲਾਣੇ ਬਜ਼ੁਰਗ ਆਏ ਸਨ ਅਤੇ ਮੈਂ ਉਹਨਾਂ ਨੂੰ ਚੈੱਕ ਕੀਤਾ। ਉਹ ਕਹਿੰਦੇ ਮੇਰੀ ਲੱਤਾਂ ਕੰਬ ਰਹੀਆਂ ਨੇ, 85 ਸਾਲ ਦੀ ਉਮਰ ਹੈ, ਹੱਥ ਕੰਬਦੇ ਨੇ, ਅੱਖਾਂ ਕਮਜ਼ੋਰ ਨੇ, ਅਤੇ ਮੈਂ ਕਿਤੇ ਕਹਿ ਬੈਠਾ ਵੀ ਇਹ ਤਾਂ ਬੁਢੇਪੇ ਕਰਕੇ। ਉਹ ਤਾਂ ਮੇਰੇ ਕੋਲ ਉੱਤੇ ਗੁੱਸਾ ਹੀ ਹੋ ਗਏ, ਤੈਨੂੰ ਡਾਕਟਰ ਕਿਹਨੇ ਬਣਾਇਆ? ਇਤਨਾ ਕ੍ਰੋਧ ਕੀਤਾ ਉਹਨਾਂ ਨੇ ਇਸ ਗੱਲ ਦਾ ਵੀ ਤੈਨੂੰ ਮੈਂ ਆਪਣਾ ਸਰੀਰ ਚੈੱਕ ਕਰਾਉਣ ਆਇਆ ਸੀ, ਤੂੰ ਕਹਿੰਦਾ ਵੀ ਬੁਢੇਪੇ ਕਰਕੇ ਇਹ ਸਭ ਕੁਝ ਹੋ ਗਿਆ। ਅੱਖਾਂ ਕਮਜ਼ੋਰ ਹੋ ਗਈਆਂ, ਲੱਤਾਂ ਕੰਬ ਰਹੀਆਂ ਨੇ, ਸਰੀਰ ਸਾਥ ਨਹੀਂ ਦੇ ਰਿਹਾ। ਅਤੇ ਉਹ ਡਾਕਟਰ ਵੀ ਬੜਾ ਸਿਆਣਾ ਸੀ, ਕਹਿਣ ਲੱਗਾ ਕੋਈ ਗੱਲ ਨਹੀਂ ਬਾਪੂ ਜੀ, ਇਹ ਗੁੱਸਾ ਵੀ ਬੁਢੇਪੇ ਕਰਕੇ ਹੀ ਆਇਆ। ਉਚਾਰਨ ਕਰੋ ਸਤਨਾਮ। ਇਹ ਵੀ ਬੁਢੇਪੇ ਕਰਕੇ ਹੀ ਹੈ, ਕਿਉਂਕਿ ਬਿਨ ਸਿਮਰਨ ਜੋ ਜੀਵਨ ਬਲ ਨਾ, ਸਰਪ ਜੈਸੀ ਅਰਜਾਰੀ, ਨਭ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਜੇ ਜੀਵਨ ਜੀਵਾਂਗੇ ਨਾ, ਤੇ ਸਾਡੇ ਵਿੱਚ ਤੇ ਸੱਪ ਵਿੱਚ ਕੋਈ ਫਰਕ ਨਹੀਂ। ਸੱਪ ਦੀ ਜਿਵੇਂ ਉਮਰ ਵੱਧਦੀ ਹੈ ਨਾ, ਬੰਦੇ ਦੀ ਵੀ ਸਿਮਰਨ ਤੋਂ ਬਿਨਾਂ ਜਿਵੇਂ ਉਮਰ ਵੱਧਦੀ ਹੈ ਨਾ, ਉਸ ਨੂੰ ਤੁਲਨਾ ਦਿੱਤੀ ਹੈ ਗੁਰੂ ਸਾਹਿਬ ਨੇ, ਉੱਦਾਂ ਦਾ ਹੀ ਜੀਵਨ ਹੈ। ਤੁਸੀਂ ਆਖੋਗੇ ਵੀ ਬੰਦੇ ਦੀ ਤੁਲਨਾ ਇੱਕ ਸੱਪ ਨਾਲ? ਤੁਸੀਂ ਸਾਰੇ ਸਿਆਣੇ ਬੈਠੇ ਹੋ, ਅੱਜ ਮੀਡੀਆ ਦਾ ਜ਼ਮਾਨਾ ਹੈ, ਡਿਸਕਵਰੀ ਚੈਨਲ 'ਤੇ ਕਦੀ ਖੋਲ੍ਹ ਕੇ ਵੇਖਣਾ, ਸੱਪ ਕਈ ਵਾਰੀ ਆਪਣੇ ਮੁਖ ਤੋਂ ਵੀ ਵੱਡਾ ਸ਼ਿਕਾਰ ਕਰ ਲੈਂਦਾ, ਮੁਖ ਵਿੱਚ ਨਹੀਂ ਆਉਂਦਾ। ਔਰ ਉਸਦੇ ਮੁਖ ਦੇ ਅੰਦਰ ਪਰਮਾਤਮਾ ਨੇ ਇੱਕ ਵਿਸ ਦੀ ਥੈਲੀ ਲਾਈ ਹੈ, ਉਹਦੀ ਹਿਫਾਜ਼ਤ ਲਾਈ ਹੈ, ਔਰ ਉਹ ਵਿਸ ਉਹਦੀ ਹਿਫਾਜ਼ਤ ਨਾ ਕਰਕੇ ਉਸ ਸ਼ਿਕਾਰ ਦੇ ਨਾਲ ਉਸਦੇ ਸਰੀਰ ਦੇ ਅੰਦਰ ਚਲਾ ਜਾਂਦਾ ਹੈ। ਜਿਵੇਂ ਜਿਵੇਂ ਉਹ ਉਮਰ ਦਾ ਵੱਡਾ ਹੁੰਦਾ ਹੈ, ਉਹ ਜ਼ਹਿਰ ਅੰਦਰ ਵੱਧਦੀ ਚਲੀ ਜਾਂਦੀ ਹੈ। ਇੱਕ ਸਮਾਂ ਆਉਂਦਾ ਸਰੀਰ ਪਾਟਣਾ ਸ਼ੁਰੂ ਹੋ ਜਾਂਦਾ, ਕੀੜੀਆਂ ਲੜਦੀਆਂ ਨੇ, ਸਰੀਰ ਪਾਟਦਾ ਹੈ, ਕੀੜੀਆਂ ਮੱਖੀਆਂ ਆ ਕੇ ਲੜਦੀਆਂ, ਉਹ ਫਿਰ ਤੜਫਦਾ ਹੈ। ਇਸ ਤਰ੍ਹਾਂ ਕਈ ਵਾਰੀ ਜਦੋਂ ਸਾਡੀ ਉਮਰ ਵੱਧਦੀ ਹੈ ਨਾ, ਗੁਰੂ ਕੇ ਸਿਧਾਂਤ ਨੂੰ ਕਮਾਏ ਬਗੈਰ ਤੇ ਸਾਨੂੰ ਫਿਰ ਕਾਮ ਘੇਰਦਾ ਹੈ, ਕ੍ਰੋਧ ਘੇਰਦਾ ਹੈ, ਲੋਭ ਮੋਹ ਅਹੰਕਾਰ, ਇਹ ਸਾਡਾ ਪਿੱਛਾ ਨਹੀਂ ਛੱਡਦੇ।
ਸਾਡੀ ਹਾਲਤ ਵੀ ਉੱਦਾਂ ਦੀ ਹੋ ਜਾਂਦੀ ਹੈ। ਗੁਰਬਾਣੀ ਨੇ ਜੇ ਕਿਸੇ ਨਾਲ ਤੁਲਨਾ ਦੇ ਕੇ ਸਾਨੂੰ ਸਮਝਾਇਆ, ਉਸ ਦਾ ਅਰਥ ਬੜਾ ਡੂੰਘਾ ਹੋਏਗਾ ਕਿਤੇ ਨਾ ਕਿਤੇ। ਇਸ ਕਰਕੇ ਬਾਬਾ ਫਰੀਦ ਜੀ ਆਖਣ ਲੱਗੇ, ਕਹਿੰਦੇ ਇਹ ਉਮਰ ਆਵੇ, ਸਰੀਰ ਕੰਬਣ ਲੱਗੇ, ਸਰੀਰ 'ਚ ਜਾਨ ਨਾ ਹੋਵੇ, ਉਸ ਤੋਂ ਪਹਿਲਾਂ ਇਹਨਾਂ ਵਿਸਗੰਧਲਾਂ ਨੂੰ ਛੱਡ ਕੇ ਸਾਨੂੰ ਚੰਗੇ ਪਾਸੇ ਲੱਗ ਜਾਣਾ ਚਾਹੀਦਾ ਹੈ। ਕਿਉਂਕਿ ਜੇ ਸੋ ਬਰਿਆ ਜੀਵਨਾ ਇਹ ਤਨ ਹੋ ਸੀਖੇ, ਮੰਨ ਲਓ ਕਿ ਜੇ 100 ਸਾਲ ਵੀ ਜੀਣ ਨੂੰ ਮਿਲ ਜਾਏ, ਆਖਿਰ ਮੌਤ ਤੇ ਹੋਣੀ ਹੈ ਨਾ। ਇਹ ਸਰੀਰ ਨੇ ਤੇ ਖੇ ਹੋਣਾ ਹੀ ਹੈ। ਸਰੀਰ ਨੇ ਖੇ ਹੀ ਨਹੀਂ ਹੋਣਾ। ਜਿਨ੍ਹਾਂ ਵਿਸਗੰਧਲਾਂ ਦੇ ਪਿੱਛੇ ਲੱਗ ਕੇ ਅਸੀਂ ਜ਼ਿੰਦਗੀ ਜੀ ਰਹੇ ਹਾਂ ਨਾ, ਉਹਨਾਂ ਨੇ ਵੀ ਸਾਡਾ ਸਾਥ ਛੱਡ ਦੇਣਾ। ਉਹਨਾਂ ਨੇ ਵੀ ਸਾਥ ਛੱਡ ਦੇਣਾ, ਸਾਥ ਥੋੜ੍ਹੀ ਦੇਣਾ। ਬੰਦੇ ਦਾ ਇੱਕ ਸਮਾਂ ਆਉਂਦਾ ਹੈ, ਯਾਦ ਰੱਖਿਓ ਕਿ ਜਦੋਂ ਸਾਰੀਆਂ ਚੀਜ਼ਾਂ ਇਸ ਨੂੰ ਕੌੜੀਆਂ ਲੱਗਣ ਲੱਗ ਪੈਂਦੀਆਂ। ਇਹ ਖਾਂਦਾ ਤਾਂ ਮਿੱਠਾ ਕਰਕੇ ਹੈ, ਪਰ ਉਸ ਦਾ ਸਵਾਦ ਕੌੜਾ ਹੈ। ਐਸੀ ਸਾਰੀ ਹਾਲਤ ਬਣ ਜਾਂਦੀ ਹੈ। ਇਸ ਕਰਕੇ ਬਾਬਾ ਫਰੀਦ ਕਹਿੰਦੇ ਇੱਕ ਦਿਨ ਇਹ ਸਭ ਕੁਝ ਤੂੰ ਛੱਡਣਾ ਹੀ ਹੈ। ਇਹ ਵਿਸਗੰਧਲਾਂ ਨੂੰ ਤਿਆਗਣਾ ਹੀ ਹੈ, ਕਿਉਂਕਿ ਕਿਤੇ ਨਾ ਮਰ ਜਾਣਾ ਤੇ ਮਰਨ ਵੇਲੇ ਸਭ ਕੁਝ ਛੱਡ ਦੇਣਾ। ਜਦੋਂ ਅਸੀਂ ਮਰਦੇ ਹਾਂ, ਇਹ ਜਿਹੜੀ ਚੀਜ਼ਾਂ ਪਿੱਛੇ ਅਸੀਂ ਦੌੜ ਕੇ ਗੁਰੂ ਨੂੰ ਵਿਸਾਰਦੇ ਹਾਂ, ਗੁਰਮਤ ਨੂੰ ਛੱਡਦੇ ਹਾਂ, ਯਾਦ ਰੱਖਣਾ ਇਹ ਚੀਜ਼ਾਂ ਸਾਡਾ ਸਾਥ ਨਹੀਂ ਦੇਣੀਆਂ। ਸਗੋਂ ਗੁਰਮਤ ਕਹਿੰਦੀ ਹੈ, ਖਸਮ ਮਰੈ ਤੋ ਨਾਰ ਨ ਰੋਵੈ, ਉਸ ਰਖਵਾਰਾ ਔਰੋ ਹੋਵੈ। ਖਸਮ ਦਾ ਅਰਥ ਹੈ ਮਾਲਕ। ਅਸੀਂ ਘਰ ਦੇ ਮਾਲਕ ਹਾਂ। ਸੋਨੇ ਚਾਂਦੀ ਸਾਡੇ ਘਰ 'ਚ ਉਹਦਾ ਮਾਲਕ, ਗੱਡੀ ਦੇ ਮਾਲਕ। ਅੱਜ ਹੀ ਮਾਲਕ ਮਰ ਜਾਏ, ਕੋਈ ਕਾਰ ਕਿਸੇ ਮਾਲਕ ਨੂੰ ਨਹੀਂ ਰੋਂਦੀ। ਕੋਈ ਘਰ ਕਿਸੇ ਮਾਲਕ ਨੂੰ ਰੋਂਦਾ ਹੋਇਆ ਦਿਖਾਓ ਵੀ ਇਹ ਘਰ ਰੋ ਰਿਹਾ ਵੀ ਬੜੀ ਤੂੰ ਚੰਗੀ ਤਰੀਕੇ ਨਾਲ ਨਿਊ ਰੱਖੀ ਸੀ, ਮਕਾਨ ਇਤਨਾ ਸੋਹਣਾ ਉਸਾਰਿਆ ਸੀ। ਕਦੀ ਕੋਈ ਮਕਾਨ ਨਹੀਂ ਰੋਂਦਾ, ਕੋਈ ਕਾਰ ਨਹੀਂ ਰੋਂਦੀ, ਘਰ ਵਿੱਚ ਪਿਆ ਸੋਨਾ ਨਹੀਂ ਰੋਂਦਾ। ਸਗੋਂ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਉਸ ਦੀ ਰਖਵਾਲੀ ਕਰਨ ਵਾਲਾ ਪੁੱਤਰ ਧੀ ਜੇ ਕੋਈ ਵੀ ਨਹੀਂ, ਤੇ ਸਰਕਾਰ ਆਖਿਰ ਦੇ ਵਿੱਚ ਆਪਣੇ ਕਬਜ਼ੇ 'ਚ ਲੈ ਲੈਂਦੀ ਵੀ ਇਸ ਦਾ ਕੋਈ ਨਹੀਂ ਹੈ, ਹੁਣ ਇਹ ਸਰਕਾਰੀ ਪ੍ਰੋਪਰਟੀ ਹੈ। ਇਹ ਸੱਚ ਹੈ। ਇਸ ਕਰਕੇ ਗੁਰੂ ਪਿਤਾ ਜੀ ਕਹਿਣ ਲੱਗੇ, ਕਹਿੰਦੇ ਅੰਤ ਇਹ ਵਿਸਗੰਧਲਾਂ ਛੱਡਣੀਆਂ ਹੀ ਨੇ। ਫਿਰ ਆਖਣ ਲੱਗੇ, ਫਰੀਦ ਦਾ ਬਾਰ ਪਰਾਇਐ ਵੈਸ ਨਾ ਸਾਈਂ ਮੁਝੈ ਨਾ ਦੇ। ਆਖਣ ਲੱਗੇ ਇਸ ਵਿਸਗੰਧਲਾਂ ਦੇ ਪਿੱਛੇ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਮੇਰੇ ਸਾਈਂ, ਤੇਰੇ ਦਰਬਾਰ ਤੋਂ ਬਿਨਾਂ, ਤੇਰੇ ਦਰ ਤੋਂ ਬਿਨਾਂ ਕਿਤੇ ਹੋਰ ਜਾਣਾ ਪਵੇ ਤੇ ਮੈਂ ਹੋਰ ਦੇ ਦਰ ਤੇ ਨਹੀਂ ਜਾ ਸਕਦਾ। ਕਿਉਂਕਿ ਅਸੀਂ ਦੇਖੋ ਜਦੋਂ ਵੀ ਜਾਂਦੇ ਹਾਂ ਸੰਸਾਰੀ ਪਦਾਰਥਾਂ ਵਾਸਤੇ ਦੌੜ ਰਹੇ ਹਾਂ। ਅੱਜ ਮਨੁੱਖ ਦੀ ਦੌੜ ਲੱਗੀ ਹੋਈ ਹੈ, ਕਦੀ ਕਿਸੇ ਪੀਰ ਕੋਲ, ਕਦੀ ਕਿਸੇ ਫਕੀਰ ਕੋਲ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ। ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਅਸੀਂ ਥਾਂ ਥਾਂ ਤੇ ਜਾ ਰਹੇ ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਜੀ ਇਹਨਾਂ ਵਿਸਗੰਧਲਾਂ ਲਈ, ਹੇ ਪਰਮਾਤਮਾ, ਤੇਰੇ ਦਰ ਤੋਂ ਮੈਨੂੰ ਕਿਸੇ ਹੋਰ ਥਾਂ ਤੇ ਜਾਣਾ ਪਵੇ ਤੇ ਉਹ ਮੈਨੂੰ ਨਾ ਦੇਈ। ਆਓ ਕਿ ਹੋਰ ਦਰ ਤੇ ਮੈਂ ਨਹੀਂ ਜਾ ਸਕਦਾ। ਤੇ ਜੇ ਤੂੰ ਐਵੇਂ ਰੱਖ ਸੀ, ਜੇ ਤੂੰ ਇੱਦਾਂ ਰੱਖਣਾ ਹੈ, ਆਓ ਕਿ ਹੋਰ ਦੇ ਦਰ ਤੇ ਇੰਨਾ ਹੋਰ ਦਾ ਮੁਹਤਾਜ ਰੱਖਣਾ ਹੈ, ਮੈਂ ਹੋਰ ਕਿਸੇ ਦੀ ਮੁਹਤਾਜੀ ਨਹੀਂ ਕਰ ਸਕਦਾ, ਮੈਂ ਤੇਰਾ ਮੁਹਤਾਜ ਰਹਿਣਾ ਹੈ। ਜੇ ਕਿਸੇ ਹੋਰ ਦਾ ਮੁਹਤਾਜ ਹੋਣਾ ਪਵੇ ਤੇ ਸਰੀਰ ਵਿੱਚੋਂ ਜਿੰਦ ਕੱਢ ਦੇ। ਸਿੱਖੀ ਇੱਦਾਂ ਕਮਾਈ ਜਾ ਸਕਦੀ। ਇਤਨਾ ਸਿੱਖ ਪੱਕਾ ਹੋਵੇ, ਇਤਨਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੋਂ ਹੋਵੇ, ਕਵੇ ਕਿ ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਮੇਰਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਸੱਚੇ ਪਾਤਸ਼ਾਹ ਜੋ ਕੁਝ ਚਾਹੀਦਾ ਮੈਂ ਤੇਰੇ ਕੋਲੋਂ ਲੈਣਾ ਹੈ। ਗੁਰਸਿੱਖੀ ਵਿੱਚ ਇਹ ਨਹੀਂ ਵੀ ਮੰਗ ਨਹੀਂ ਕਰਨੀ। ਇੱਥੇ ਤਾਂ ਸਭ ਕੁਝ ਭਗਤਾਂ ਨੇ ਮੰਗਿਆ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਸਾਧਨ ਨੀਕਾ, ਅਨਾਜ ਮੰਗੈ ਮੰਗੋ ਸਤ ਸੀਕਾ। ਕੀ ਨਹੀਂ ਮੰਗਿਆ ਭਗਤਾਂ ਨੇ? ਮੰਗਣਾ ਹੈ ਪਰ ਗੁਰੂ ਸਾਹਿਬ ਜੀ ਦੇ ਦਰ ਤੇ। ਬਾਬਾ ਫਰੀਦ ਜੀ ਕਹਿੰਦੇ, ਹੇ ਮੇਰੇ ਮਾਲਕ, ਹੇ ਮੇਰੇ ਰੱਬ, ਜੇ ਕਿਤੇ ਇਸ ਵਿਸਗੰਧਲਾਂ ਦੀ ਖਾਤਰ ਮੈਨੂੰ ਕਿਸੇ ਹੋਰ ਥਾਂ ਤੇ ਬੈਠਣਾ ਪਵੇ, ਜੇ ਕਿਤੇ ਮੈਨੂੰ ਹੋਰ ਥਾਂ ਤੇ ਆਸਰਾ ਲੈਣਾ ਪਵੇ, ਹੋਰ ਦਾ ਮੁਹਤਾਜ ਹੋਣਾ ਪਵੇ, ਮੈਂ ਕਿਸੇ ਹੋਰ ਦਾ ਮੁਹਤਾਜ ਨਹੀਂ ਹੋ ਸਕਦਾ। ਔਰ ਜੇ ਸਾਨੂੰ ਲੱਗੇ ਨਾ ਜੀਵਨ ਵਿੱਚ ਕਿ ਇਹ ਚੀਜ਼ ਉੱਥੋਂ ਮਿਲੇਗੀ, ਯਾਦ ਰੱਖਣਾ ਉਹ ਤੁਹਾਨੂੰ ਕਦੇ ਸੁੱਖ ਨਹੀਂ ਦੇ ਸਕਦੀ। ਜਿਹੜੀ ਦਾਤ ਇੱਥੋਂ ਨਹੀਂ ਮਿਲੀ ਉਹ ਕਿਤੋਂ ਵੀ ਨਹੀਂ ਮਿਲਣੀ।
ਔਰ ਜੇ ਆਸ ਲੈ ਕੇ ਜਾਓਗੇ ਦੁੱਖ ਤੋਂ ਸਿਵਾ ਹੋਰ ਪੱਲੇ ਕੱਖ ਨਹੀਂ ਪੈਣਾ। ਇਸ ਕਰਕੇ ਆਪਣੇ ਗੁਰੂ ਦੇ ਚਰਨਾਂ ਨਾਲ ਸਿੱਖ ਨੇ ਜੁੜੇ ਰਹਿਣਾ। ਫਿਰ ਮਹਾਰਾਜ ਕਹਿੰਦੇ ਨੇ, ਕਹਿੰਦੇ ਕੰਧ ਕੁਹਾੜਾ ਸਿਰ ਕੜਾ ਬਨ ਕੈਸਰ ਲੋਹਾਰ। ਜਿਵੇਂ ਇੱਕ ਲੱਕੜਹਾਰਾ ਹੁੰਦਾ ਹੈ ਨਾ, ਮੋਢੇ ਤੇ ਕੁਹਾੜੀ ਹੁੰਦੀ ਹੈ, ਸਿਰ ਦੇ ਉੱਤੇ ਪਾਣੀ ਦਾ ਘੜਾ ਹੁੰਦਾ ਹੈ, ਤੇ ਬਨ ਦਾ ਅਰਥ ਹੈ ਜੰਗਲ, ਕੈਸਰ ਦਾ ਅਰਥ ਹੁੰਦਾ ਹੈ ਬਾਦਸ਼ਾਹ। ਕਿਉਂਕਿ ਇੱਥੇ ਅਰਥ ਜਿਹੜੇ ਨੇ ਉਹ ਕਿਉਂਕਿ ਕੁਝ ਵਿਦਵਾਨਾਂ ਨੇ ਕੀਤੇ ਸਨ। ਬਨ ਕੈਸਰ, ਬਨ ਦੇ ਸਰ ਉੱਤੇ ਲੋਹਾਰ ਦਾ ਅਰਥ ਹੈ ਲੋਹਾਰ ਦਾ ਕੁਹਾੜਾ ਹੁੰਦਾ, ਪਰ ਇਹ ਅਰਥ ਨਹੀਂ ਬਣਨ। ਕਿਉਂਕਿ ਜੇ ਸਰ ਦੇ ਰਾਰੇ ਨੂੰ ਸਿਆਰੀ ਹੁੰਦੀ ਤਾਂ ਜੋ ਉੱਤੇ ਅਰਥ ਹੋ ਸਕਦੇ ਸਨ। ਕਿਉਂਕਿ ਸਿਆਰੀ ਦੇ ਜਿਹੜੇ 4 ਅਰਥ ਬਣਦੇ ਨੇ, ਨੇ, ਨਾਲ, ਤੋਂ, ਵਿੱਚ। ਤੁਸੀਂ ਰੋਜ਼ ਸੰਥਿਆ ਕਰਦੇ ਹੋ, ਭਾਈ ਸਾਹਿਬ ਨੇ ਇਹ ਗੱਲ ਤੁਹਾਨੂੰ ਦੱਸੀ ਹੋਈ। ਇੱਥੇ ਪਾਠ ਕਰਾਂਗੇ ਕੈਸਰ। ਕੈਸਰ ਦਾ ਅਰਥ ਹੈ ਬਾਦਸ਼ਾਹ। ਪਾਓ ਕਿ ਜਿਹੜਾ ਇੱਕ ਲੋਹਾਰ ਹੈ, ਕਹਿੰਦੇ ਉਹ ਜੰਗਲ ਦੇ ਵਿੱਚ ਮੋਢੇ 'ਤੇ ਕੁਹਾੜੀ ਹੁੰਦੀ ਹੈ, ਸਿਰ ਦੇ ਉੱਤੇ ਪਾਣੀ ਦਾ ਘੜਾ ਹੁੰਦਾ ਹੈ, ਉਹ ਜੰਗਲ ਵਿੱਚ ਬਾਦਸ਼ਾਹ ਬਣਿਆ ਫਿਰਦਾ ਹੈ। ਆਓ ਕਿ ਜਿਹੜੀ ਲੱਕੜ ਨੂੰ ਦਿਲ ਕਰਦਾ ਹੈ ਉਸ ਨੂੰ ਵੱਢ ਲੈਂਦਾ। ਤੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਹੋਂ ਲੋੜੀ ਸਹਿ ਆਪਣਾ, ਮੈਂ ਤਾਂ ਆਪਣੇ ਪਰਮਾਤਮਾ ਨੂੰ ਸਹਿ ਨੂੰ ਖਸਮ ਨੂੰ ਲੋੜਦਾ ਹਾਂ, ਤੂੰ ਲੋੜ ਹੈ ਅੰਗਿਆਰ, ਤੂੰ ਕੋਇਲੇ ਲੋੜਦਾ ਹੈ। ਕਿਉਂਕਿ ਪਹਿਲਾਂ ਲੱਕੜ ਵੱਢੀ ਜਾਂਦੀ ਹੈ, ਫਿਰ ਉਹਦਾ ਕੋਇਲਾ ਤਿਆਰ ਹੁੰਦਾ ਹੈ, ਫਿਰ ਦੁਬਾਰਾ ਭੱਟੀ 'ਚ ਸੜਦੀ ਹੈ। ਪਾਓ ਕਿ ਤੂੰ ਤਾਂ ਵਿਸਗੰਧ ਨਾਲ ਲੱਭ ਰਿਹਾ ਤੇ ਮੈਂ ਆਪਣੇ ਖਸਮ ਪਰਮਾਤਮਾ ਨੂੰ ਲੱਭ ਰਿਹਾ ਹਾਂ, ਵੀ ਮੈਨੂੰ ਮੇਰਾ ਰੱਬ ਦੀ ਪ੍ਰਾਪਤੀ ਹੋ ਜਾਏ, ਮੈਨੂੰ ਮੇਰਾ ਖਸਮ ਅਕਾਲ ਪੁਰਖ ਵਾਹਿਗੁਰੂ ਮਿਲ ਜਾਏ। ਇਸ ਕਰਕੇ ਬਾਬਾ ਫਰੀਦ ਜੀ ਵਾਲੀ ਵਿਚਾਰਧਾਰਾ ਨੂੰ ਅਪਣਾ ਲਈਏ ਕਿ ਸੰਸਾਰ ਦੇ ਇਹ ਵਿਸਗੰਧਨਾਂ ਦੇ ਪਿੱਛੇ ਦੌੜਦੇ ਹੋਏ ਕਿ ਇਹਨਾਂ ਵਿੱਚੋਂ ਸੁੱਖ ਮਿਲੇਗਾ। ਜਿਵੇਂ ਕੋਇਲਾ ਹਮੇਸ਼ਾ ਭਗਦਾ ਹੈ, ਸੜਦਾ ਹੈ, ਇਸ ਤਰ੍ਹਾਂ ਵਿਸਗੰਧਨਾਂ ਬੰਦੇ ਨੂੰ ਹਰ ਵੇਲੇ ਸਾੜ ਕੇ ਹੀ ਰੱਖਦੀਆਂ ਹਨ। ਇਹ ਸੰਸਾਰ ਦੇ ਪਦਾਰਥ ਬੰਦੇ ਦੇ ਅੰਦਰ ਨੂੰ ਟਿਕਣ ਨਹੀਂ ਦਿੰਦੇ। ਜੇ ਜ਼ਿਆਦਾ ਹੋ ਜਾਣ ਤਾਂ ਦੁਖੀ, ਘਟ ਜਾਣ ਤਾਂ ਦੁਖੀ। ਤਾਂ ਹੀ ਤਾਂ ਸਤਿਗੁਰੂ ਨੇ ਸਾਨੂੰ ਇਹ ਗੱਲ ਆਖੀ। ਇਹ ਗੱਲ ਕਹਿ ਕੇ ਸਮਾਪਤੀ ਕਰਾਂ। ਸਤਿਗੁਰ ਆਖਦੇ ਨੇ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮਿੰਤਾ। ਜਿਹਦੇ ਘਰ 'ਚ ਜ਼ਿਆਦਾ ਉਹ ਵੀ ਦੁਖੀ ਹੈ। ਸਿਕੋਡੀ ਕਾਟ ਰੱਖ, ਕੰਧਾਂ ਦੇ ਉੱਤੇ ਕੱਚ ਲਾ, ਬੜੇ ਪ੍ਰਬੰਧ ਕਰਨੇ ਪੈਂਦੇ ਨੇ ਜਿਸ ਦੇ ਘਰ 'ਚ ਜ਼ਿਆਦਾ ਹੈ। ਫਿਰ ਜੋ ਅੱਜ ਦਾ ਜ਼ਮਾਨਾ ਤਾਂ ਐਸਾ ਹੈ ਕਿ ਡਰ ਹੀ ਬਣਿਆ ਰਹਿੰਦਾ ਕਿ ਕਿਤੇ ਵਿਜੀਲੈਂਸ ਦਾ ਕਿਤੇ ਛਾਪਾ ਹੀ ਨਾ ਪੈ ਜਾਏ ਖਬਰ। ਚਿੰਤਾ ਹੈ ਨਾ। ਜਿਹਦੇ ਘਰ ਵਿੱਚ ਥੋੜੀ ਹੈ ਉਹ ਭਟਕਦਾ ਫਿਰਦਾ ਹੈ। ਤੇ ਗੁਰਮਤਿ ਨੇ ਕੀ ਆਖਿਆ, ਦੋ ਅਵਸਥਾ ਤੇ ਜੋ ਨਰ ਮੁਕਤਾ ਸੋਈ ਸੁਹੇਲਾ ਪਾ ਲਈ। ਸਿੱਖੀ ਦਾ ਸਿਧਾਂਤ ਇਹ ਹੈ ਕਿ ਕਿਰਤ ਕਰਦੇ ਹੋਏ ਧਨ ਉਪਜੀਵਕਾ ਲਈ ਕਮਾਉਣਾ ਹੈ, ਔਰ ਗੁਰੂ ਦੇ ਚਰਨਾਂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਧਰਮ ਜਿਹੜਾ ਹੈ ਉਹ ਆਪਣੇ ਮਨ ਦੇ ਉੱਚਾ ਚੱਕਣ ਲਈ ਕਮਾਉਣਾ ਹੈ। ਜਦੋਂ ਆਪਾਂ ਗੁਰੂ ਦੇ ਚਰਨਾਂ 'ਚ ਜੁੜ ਕੇ ਗੁਰਸਿੱਖੀ ਕਮਾ ਲਵਾਂਗੇ, ਗੁਰੂ ਦੇ ਬਚਨਾਂ ਦੀ ਕਮਾਈ ਕਰ ਲਵਾਂਗੇ, ਅੰਦਰੋਂ ਵੀ ਅਮੀਰ ਹੋ ਜਾਵਾਂਗੇ, ਬਾਹਰੋਂ ਵੀ ਅਮੀਰ ਹੋ ਜਾਣਾ। ਬਾਹਰ ਦੀ ਕੰਗਾਲੀ ਵੀ ਚਲੀ ਜਾਏਗੀ, ਅੰਦਰ ਦੀ ਕੰਗਾਲੀ ਵੀ ਚਲੀ ਜਾਏਗੀ। ਗੁਰੂ ਕਿਰਪਾ ਕਰੇ ਕਿ ਸਿੱਖ ਅੰਦਰੋਂ ਤੇ ਬਾਹਰੋਂ ਕੰਗਾਲ ਨਹੀਂ ਹੋਣਾ ਚਾਹੀਦਾ। ਸਿੱਖ ਕੋਲ ਦੋਨੋਂ ਅਮੀਰੀਆਂ ਹੋਣੀਆਂ ਚਾਹੀਦੀਆਂ। ਇਹ ਤਾਂ ਹੀ ਆ ਸਕਦੀਆਂ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਜੀਵਨ 'ਚ ਕਮਾਵਾਂਗੇ। ਕਿਰਤ ਕਰੋ, ਨਾਮ ਜਪੋ, ਤੇ ਤੀਜੀ ਗੱਲ ਵੰਡ ਸਕੋ, ਤਾਂ ਕਿ ਸਿੱਖ ਦੇ ਅੰਦਰ ਇੱਕ ਐਸਾ ਅਹਿਸਾਸ ਵੀ ਪੈਦਾ ਹੋਵੇ ਕਿ ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਹੈ, ਕਿਰਤ ਵੀ ਵੰਡਣੀ ਹੈ। ਗੁਰੂ ਦਾ ਗਿਆਨ ਜੋ ਮਿਲਿਆ ਤੁਹਾਨੂੰ ਉਹ ਵੀ ਲੋਕਾਂ ਨਾਲ ਸਾਂਝਾ ਕਰਨਾ ਹੈ। ਸਿੱਖ ਕਿਸੇ ਦੇ ਵੀ ਦੁੱਖ ਨੂੰ ਦੇਖਦਾ ਦੁਖੀ ਹੋ ਜਾਂਦਾ ਹੈ। ਇਸ ਕਰਕੇ ਆਪਾਂ ਦੂਜਿਆਂ ਦੇ ਦੁੱਖ ਦੇ ਵਿੱਚ ਸਮੂਲੀਅਤ ਕਰੀਏ, ਕਿਸੇ ਨੂੰ ਦੁਖੀ ਦੇਖੀਏ। ਤੁਹਾਡੇ ਕੋਲ ਕੋਈ ਗਿਆਨ ਹੈ, ਤੁਹਾਨੂੰ ਗੁਰਮਤਿ ਦੀ ਸਮਝ ਆ ਗਈ ਹੈ, ਤਾਂ ਉਸ ਦੇ ਨਾਲ ਬੈਠ ਕੇ ਵਿਚਾਰਾ ਕਰੀਏ। ਹੋ ਸਕਦਾ ਤੁਹਾਡੀ ਵਿਚਾਰਾ ਕਰਨ ਦੇ ਨਾਲ ਉਸ ਦਾ ਦੁੱਖ ਵੰਡਿਆ ਜਾਏ ਤੇ ਉਹ ਸੁਖੀ ਜ਼ਿੰਦਗੀ ਜੀ ਸਕੇ। ਇਸ ਤਰ੍ਹਾਂ ਦੀ ਵਿਚਾਰ ਗੁਰੂ ਸਾਹਿਬ ਨੇ ਸਾਡੀ ਝੋਲੀ 'ਚ ਪਾਈ ਹੈ। ਅਸੀਂ ਗੁਰਮਤਿ ਦੀਆਂ ਇਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਸੰਭਾਲ ਲਈਏ, ਔਰ ਉਹ ਸਮਾਂ ਆਉਣ ਤੋਂ ਪਹਿਲਾਂ, ਜਦੋਂ ਅੱਖਾਂ ਬੰਦ ਹੋਣ ਉਸ ਤੋਂ ਪਹਿਲਾਂ ਧਰਮ ਕਮਾ ਕੇ, ਧਰਮੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਜਿਹੜਾ ਵੀ ਇਸ ਤਰ੍ਹਾਂ ਆਪਣੇ ਜੀਵਨ ਨੂੰ ਕਮਾਉਂਦਾ ਹੈ ਉਹਦੇ ਹੋ ਜਾਂਦੇ ਨੇ ਇਹ ਲੋਕ ਸੁਖੀਏ
ਪਰ ਲੋਕ ਸਵੇਲੇ ਨਾਨਕ ਹਰ ਪਉ ਆਪੇ ਮਿਲੇ। ਸਾਰਿਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ। ਇਤਨੇ ਵਚਨ ਪ੍ਰਵਾਨ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਕੇ ਵਚਨ ਹਿਰਦੇ 'ਚ ਵਸਾ ਲੈਣਾ। ਆਪ ਸਾਰੇ ਪ੍ਰਬੰਧਕਾਂ ਦਾ ਕੀਤਾ ਹੋਇਆ ਉਪਰਾਲਾ ਇਹ ਸਕਾਰਤ ਹੋਵੇ। ਅਸੀਂ ਰਲ ਮਿਲ ਕੇ ਆਪਣੇ ਜੀਵਨ ਨੂੰ ਸਵਾਰੀਏ ਜੀ। ਅਨੰਤ ਭੁੱਲਾਂ ਦੀ ਖਿਮਾ, ਫਤਿਹ ਦੀ ਸਾਨ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।